ਕੱਲ ਦੋਸਤੋ ਪਲੱਸ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਅੱਜ ਸਾਡੇ ਨਾਲ ਇੱਕ ਵਾਰ ਫਿਰ ਜੁੜ ਗਏ ਨੇ ਸਤਿੰਦਰ ਜੀ, ਜੋ ਕਿ ਇੱਕ ਵਰਲਡ ਫੇਮਸ ਸੈਲੀਬ੍ਰਿਟੀ ਐਸਟ੍ਰੋਲੋਜਰ ਨੇ। ਸੋ ਸਤਿੰਦਰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ, ਵੈਲਕਮ। ਥੈਂਕ ਯੂ ਜੀ ਸਰ, ਜਿੱਦਾਂ ਅਸੀਂ ਲਾਸਟ ਐਪੀਸੋਡ ਦੇ ਵਿੱਚ ਗੱਲ ਕੀਤੀ ਹੋਰੋਸਕੋਪ ਬਾਰੇ, ਇੱਕ ਬਹੁਤ ਹੀ ਮੰਦਭਾਗੀ ਘਟਨਾ ਘਟੀ ਹੈ ਸਿੱਧੂ ਮੂਸੇਵਾਲਾ ਦੀ। ਉਹਨਾਂ ਦੀ ਡੈਥ ਹੋਈ, ਬਹੁਤ ਹੀ ਭਿਆਨਕ ਦਰਦਨਾਕ ਡੈਥ ਸੀਗੀ। ਸਾਡੇ ਦਰਸ਼ਕ ਬਹੁਤ ਹੀ ਇਮੋਸ਼ਨਲੀ ਉਹਨਾਂ ਨਾਲ ਜੁੜੇ ਹੋਏ ਨੇ। ਬਹੁਤ ਵਰਲਡ ਵਾਈਡ ਉਹਨਾਂ ਦੇ ਡੈਥ ਦੇ ਉੱਤੇ ਕੰਟਰੋਵਰਸੀਜ਼ ਹੋਈ ਹੈ। ਮੈਂ ਇਹ ਜਾਣਨਾ ਚਾਹੁੰਦਾ ਸੀਗਾ ਉਹਨਾਂ ਦੇ ਹੋਰੋਸਕੋਪ ਦੇ ਕੰਟੈਕਸਟ ਦੇ ਵਿੱਚ ਕਿ ਕੀ ਇਹ ਰੋਕਿਆ ਜਾ ਸਕਦਾ ਸੀ, ਕਿਉਂ ਇਹ ਘਟਿਆ, ਕੀ ਇਹਦਾ ਕਾਰਨ ਸੀ, ਉਹਨਾਂ ਦੇ ਹੋਰੋਸਕੋਪ ਦੇ ਰਿਲੇਟਡ ਸੀ, ਕੀ ਸੀਗਾ ਇਹ? ਦੇਖੋ, ਇਹਦੇ ਵਿੱਚ ਪਹਿਲਾਂ ਤਾਂ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ, ਕਿਉਂਕਿ ਬਹੁਤ ਵੱਡਾ ਸਟਾਰ ਸੀਗਾ, ਲੋਕੀ ਇਮੋਸ਼ਨਲੀ ਬਹੁਤ ਜੁੜੇ ਹੋਏ ਨੇ। ਸਾਨੂੰ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਕਾਫੀ ਜ਼ਿਆਦਾ ਹਮਦਰਦੀ ਹੈਗੀ ਆ, ਤੇ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਆਪਾਂ ਖਿਮਾ ਦੇ ਜਾਚਕ ਆ। ਜੇ ਕੋਈ ਵੀ ਚੀਜ਼ ਵਾਧੂ ਘਾਟੂ ਕਹੀ ਜਾਵੇ, ਕਿਉਂਕਿ ਆਪਾਂ ਤਾਂ ਸਿਰਫ ਉਹ ਚੀਜ਼ ਨੂੰ, ਜਿੱਦਾਂ ਤੁਸੀਂ ਮੈਨੂੰ ਸਵਾਲ ਕੀਤਾ ਮੈਂ ਤਾਂ ਉਹਦਾ ਆਨਸਰ ਕਰ ਸਕਦਾ, ਪਰ ਇਹਦੇ ਨਾਲ ਜੇ ਕਿਸੇ ਦੇ ਇਮੋਸ਼ਨਸ ਹਰਟ ਹੁੰਦੇ ਆ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਕਿ ਕਿਸੇ ਦੇ ਇਮੋਸ਼ਨਸ ਨਹੀਂ ਹਰਟ ਹੋਣੇ ਚਾਹੀਦੇ, ਕਿਉਂਕਿ ਕਿਸੇ ਦਾ ਜਵਾਨ ਪੁੱਤ ਮਰਿਆ ਹੈਗਾ ਵਾ, ਕੋਈ ਹਾਸੇ ਵਾਲੀ ਚੀਜ਼ ਨਹੀਂ ਹੈਗੀ। ਸੋ ਇਹਦੇ 'ਚ ਕਿਉਂਕਿ ਜਿੱਦਾਂ ਆਪਾਂ ਕਹਿੰਦੇ ਨਾ ਵੀ ਕਿ ਕੀ ਇਹੋ ਜਿਹੀ ਚੀਜ਼ ਹੋ ਗਈ ਸੀਗੀ, ਠੀਕ ਆ, ਹੁਣ ਤਾਂ ਜਿਹੜੀ ਚੀਜ਼ ਹੋ ਗਈ ਆਪਾਂ ਹੁਣ ਸਿਰਫ ਉਸ ਚੀਜ਼ ਨੂੰ ਸਮਝ ਸਕਦੇ ਹਾਂ। ਯੈਸ, ਐਸਟ੍ਰੋਲੋਜੀ ਦੇ ਕੰਟੈਕਸਟ ਉਹਨੂੰ ਸਮਝਿਆ ਜਾ ਸਕਦਾ ਹੈਗਾ। ਦੇਖੋ, ਦੋ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਵੈਸੇ ਪ੍ਰੈਕਟਿਸ ਦੇ ਦੌਰਾਨ ਚੀਜ਼ਾਂ ਕਰਨੀਆਂ ਨਹੀਂ ਚਾਹੀਦੀਆਂ, ਜੋ ਸਾਨੂੰ ਸਿਖਾਇਆ ਜਾਂਦਾ ਵਾ, ਜੋ ਸਾਡਾ ਗੁਰੂ ਸਾਨੂੰ ਸਟੱਡੀ ਕਰਵਾਉਂਦੇ ਨੇ। ਉਹ ਇੱਕ ਤਾਂ ਜਨਮ ਨੂੰ ਨਹੀਂ ਦੇਖੀਦਾ, ਇੱਕ ਮੌਤ ਨੂੰ ਨਹੀਂ ਦੇਖੀਦਾ, ਇਹ ਰੱਬ ਦੇ ਹੱਥ ਦੇ। ਯੈਸ, ਐਸਟ੍ਰੋਲੋਜੀ ਨੂੰ ਅਸੀਂ ਪ੍ਰੈਡਿਕਸ਼ਨ ਦੇ ਵਿੱਚ ਲਿਆ ਸਕਦੇ ਹਾਂ, ਪਰ ਇਹ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਗ੍ਰੇ ਏਰੀਏ ਦੇ ਵਿੱਚ ਰੱਖੀ ਦੀਆਂ, ਕਹਿ ਲਓ ਵੀ ਉਹਨਾਂ ਨੂੰ ਛੱਡ ਦੀਦਾ ਵਾ, ਕਰੀਦਾ ਨਹੀਂ ਹੁੰਦਾ। ਹਮੇਸ਼ਾ ਕੁਛ ਚੀਜ਼ਾਂ ਨੇ ਉਹਨਾਂ ਨਹੀਂ ਕਰੀਦਾ, ਪਰ ਕਿਉਂਕਿ ਅਸੀਂ ਇਮੋਸ਼ਨਲੀ ਬਹੁਤ ਜੁੜੇ ਹੋਏ ਹਾਂ, ਜਾਣਨਾ ਚਾਹੁੰਦੇ ਹਾਂ, ਫਿਰ ਵੀ ਕਿਉਰਿਓਸਿਟੀ ਆ ਸਾਨੂੰ ਜਾਣਨ ਦੀ ਕਿ ਕੀ ਇਹੋ ਜਿਹਾ ਹੋਇਆ ਸੀਗਾ, ਵੀ ਕਿਹੜੇ ਗ੍ਰਹਿ ਸੀਗੇ, ਜਾਂ ਕਿਉਂ, ਕੀ ਕਾਰਨ ਬਣ ਗਿਆ ਵੀ ਉਹਦੀ ਡੈਥ ਦਾ ਅਚਾਨਕ। ਸੋ ਹੁਣ ਜਦੋਂ ਆਪਾਂ ਹੋਰੋਸਕੋਪ ਜਦੋਂ ਦੇਖਦੇ ਆ ਨਾ, ਜਦੋਂ ਆਪਾਂ ਸਿੱਧੂ ਮੂਸੇਵਾਲੇ ਦੇ ਹੋਰੋਸਕੋਪ ਤੇ ਝਾਤ ਮਾਰਦੇ ਆ, ਸੋ ਸਪੈਸ਼ਲੀ ਜਦੋਂ ਬਹੁਤ ਅੱਛਾ ਹੋਰੋਸਕੋਪ ਹੈਗਾ ਵਾ, ਇਹਦੇ ਤੇ ਸ਼ੁੱਕਰ ਦੀ ਮਹਾਦਸ਼ਾ ਦਾ ਪ੍ਰਭਾਵ ਸੀਗਾ। ਸ਼ੁੱਕਰ ਦੀ ਮਹਾਦਸ਼ਾ ਉਹਨੂੰ ਕਹਿੰਦੇ ਆ ਕਿ ਵੀ ਫੇਮ, ਬਹੁਤ ਵਧੀਆ ਗ੍ਰਹਿ ਮੰਨਿਆ ਜਾਂਦਾ, ਮੋਸਟ ਲਗਜ਼ੂਰੀਅਸ, ਚੰਗਾ ਗ੍ਰਹਿ ਮੰਨਿਆ ਜਾਂਦਾ ਵਾ। ਲੋਕੀ ਇਸ ਨੂੰ ਇਸ ਦੀ ਦਸ਼ਾ ਜੇ ਚੰਗੀ ਆ ਜਾਵੇ, ਇਹਨੂੰ ਕਹਿੰਦੇ ਰਾਜੇ ਮਹਾਰਾਜੇ ਬਣਾ ਦੇਣਾ, ਗੋਲਡਨ ਪੀਰੀਅਡ ਆਫ ਲਾਈਫ ਕਹਿੰਦੇ, ਜਿਹੜਾ ਕਿ ਜਿਉਂ ਰਿਹਾ ਸੀਗਾ, ਰਾਜਾ ਮਹਾਰਾਜੇ ਬਣ ਗਏ ਸੀ, ਉਹਦੀ ਹੀ ਲਾਈਫ ਚੱਲਦੀ ਸੀ, ਉਹਦੀ ਹੀ ਸ਼ੁੱਕਰ ਦੀ ਮਹਾਦਸ਼ਾ ਸੀ। ਹੁਣ ਇਹਦਾ ਸਵਾਲ ਇਹ ਆ ਵੀ ਉਹਦੀ ਫਿਰ ਮੌਤ ਦਾ ਕਾਰਨ ਕਿਉਂ? ਇੰਨੇ ਗੋਲਡਨ ਪੀਰੀਅਡ 'ਚ ਕਿਹੜਾ ਇਹੋ ਜਿਹਾ ਗ੍ਰਹਿ ਆਇਆ ਕਿ ਉਹਦੀ ਮੌਤ ਦਾ ਕਾਰਨ ਬਣ ਗਿਆ? ਦੇਖੋ, ਉਹਦੀ ਸਿੱਧੂ ਮੂਸੇਵਾਲੇ ਦੀ ਕਹਿ ਲਓ ਜਿਹੜੀ ਵਜ੍ਹਾ ਬਣਿਆ, ਜਿਹੜਾ ਪਲੈਨਟ, ਉਹਨੂੰ ਕਹਿੰਦੇ ਆ ਕਿ ਬੁੱਧ ਗ੍ਰਹਿ ਬਣਿਆ ਵਾ, ਜਿਹੜੀ ਉਹਦੀ ਡੈਥ ਦਾ ਕਾਰਨ। ਉਹਦਾ ਰੀਜ਼ਨ ਕੀ ਆ? ਜਦੋਂ ਉਹਦਾ ਹੋਰੋਸਕੋਪ ਦੇਖਦੇ ਆ ਨਾ, ਜਿਸ ਟਾਈਮ ਤੇ ਉਹਦੀ ਡੈਥ ਹੋਈ ਸੀਗੀ, ਉਸ ਟਾਈਮ ਤੇ ਉਹਦਾ 8th ਹਾਊਸ ਦਾ ਲਾਰਡ, ਉਹਨੂੰ ਕਹਿੰਦੇ ਆ ਬੁੱਧ ਗ੍ਰਹਿ, ਐਕਟੀਵੇਟ ਹੋਇਆ ਸੀਗਾ। 8th ਹਾਊਸ ਜਦੋਂ ਐਸਟ੍ਰੋਲੋਜੀ ਆਪਾਂ ਸਟੱਡੀ ਕਰਦੇ ਆ, ਪੜ੍ਹਦੇ ਆ, ਤਾਂ ਉਹਦੇ ਵਿੱਚ ਉਹਨੂੰ ਮੌਤ ਦਾ ਘਰ ਕਿਹਾ ਜਾਂਦਾ, ਜਾਂ ਕਿਹਾ ਜਾਂਦਾ ਮੌਤ ਆ, ਡੈਥ ਆ, ਸਡਨ ਕੋਈ ਚੀਜ਼ਾਂ ਵਾਪਰਨੀਆਂ, ਜਾਂ ਮੌਤ ਦਾ ਘਰ। ਦੇਖੋ, ਹੋਰੋਸਕੋਪ 'ਚ 12 ਹਾਊਸਸ ਹੁੰਦੇ ਆ, ਜ਼ਰੂਰੀ ਨਹੀਂ ਹੈਗਾ ਕਿ ਇੱਕ ਹਾਊਸ ਸਿਰਫ ਇੱਕੋ ਹੀ ਰਿਜ਼ਲਟ ਦਿੰਦਾ ਵਾ। ਬਹੁਤ ਚੀਜ਼ਾਂ, ਜਦੋਂ 12ਵਾਂ ਘਰ ਹੈਗਾ, ਜੇਲ੍ਹ ਯਾਤਰਾ ਵੀ ਹੁੰਦੀ ਆ, ਫੋਰਨ ਲੈਂਡ ਦੇ ਉੱਤੇ ਟਰੈਵਲ ਵੀ ਹੁੰਦੀ ਹੈਗੀ ਆ, ਬੈਡ ਪਲੇਜਰਸ ਵੀ ਹੁੰਦੇ ਆ, ਜਾਂ ਹੈਲਥ ਖਰਾਬ ਹੋਣਾ ਵੀ, ਬਹੁਤ ਜ਼ਿਆਦਾ ਇਵੈਂਟਸ ਦਿੰਦੇ ਵਾ। ਸੇਮ ਤਰੀਕੇ ਨਾਲ ਜਿੱਦਾਂ ਹੁਣ ਇਹਦਾ 8th ਹਾਊਸ ਸੀਗਾ, 8th ਹਾਊਸ ਦਾ ਲਾਰਡ ਜਿੱਦਾਂ ਹੀ ਐਕਟੀਵੇਟ ਹੋਇਆ, ਉਸ ਨੇ ਉਸ ਚੀਜ਼ ਦਾ ਇਵੈਂਟ ਦੇਤਾ। ਸੋ ਮਰਕਰੀ ਪਲੈਨਟ ਦੇ ਕਰਕੇ ਇਹ ਚੀਜ਼ਾਂ ਹੈਪਨ ਹੋਈਆਂ, ਤੇ ਕੁਛ ਇਹਦੀਆਂ ਜਿਹੜੀਆਂ ਬਾਏ ਬਰਥ ਜਿਹੜੀ ਜਿਸ ਤਰੀਕੇ ਦੀ ਮੌਤ ਮਿਲੀ ਆ, ਇੱਕ ਹੁੰਦੀ ਹੈ ਕਿ ਨੈਚੁਰਲ ਡੈਥ ਹੋਣੀ, ਇੱਕ ਹੁੰਦੀ ਹੈ ਵੀ ਅਚਾਨਕ ਮੌਤ ਹੋ ਜਾਣੀ। ਸੋ ਕੁਛ ਇਹਦੇ ਬਰਥ ਦੇ ਪਲੈਨਟਸ ਵੀ ਇੱਦਾਂ ਦੇ ਸੀਗੇ, ਉਹ ਚੀਜ਼ਾਂ ਕੋਈ ਚੰਗੀਆਂ ਨਹੀਂ ਸੀਗੀਆਂ। ਜਿੱਦਾਂ ਹੁਣ ਇਹਦਾ ਲਗਨ ਦੇ ਵਿੱਚ ਸੈਟਰਨ 10th ਆਸਪੈਕਟ ਦੇ ਰਿਹਾ ਸੀ ਚੰਦਰਮੇ ਨੂੰ, ਸੋ ਇਹਦੇ ਵਿੱਚ ਵੀ ਇਹਨੂੰ ਅਸੀਂ ਮੰਨਦੇ ਹਾਂ ਕਿ ਵੀ ਬੋਡਲੀ ਹਾਰਮਸ ਹੁੰਦੇ ਆ, ਜਾਂ ਕਿਸੇ ਤਰੀਕੇ ਦਾ ਇਨਸਾਨ ਦਾ ਕਤਲ ਹੋ ਜਾਣਾ, ਜਾਂ ਕੋਈ ਅੱਗ ਦੀ ਦੁਰਘਟਨਾ ਵਾਪਰ ਜਾਣੀ, ਜਾਂ ਕਿਸੇ ਤਰੀਕੇ ਦਾ ਇਨਸਾਨ ਦੀ ਸਿਹਤ ਨੂੰ ਖਤਰਾ ਮੰਨਿਆ ਜਾਂਦਾ ਵਾ ਜਦੋਂ ਇਹ ਕੰਜੰਕਸ਼ਨ, ਬਹੁਤ ਨੈਗੇਟਿਵ ਕੰਜੰਕਸ਼ਨ ਹੁੰਦੀ ਹੈ। ਇਹ ਬਾਏ ਬਰਥ ਅਸਲ 'ਚ ਹੋਰੋਸਕੋਪ 'ਚ ਸੀਗੀ। ਤੇ ਜਿਹੜੀ ਥਰਡ ਥਿੰਗ, ਜਿਹੜੀ ਸਭ ਤੋਂ ਨੈਗੇਟਿਵ ਸੀਗੀ, ਜਿਸ ਵੇਲੇ ਇਹਦੀ ਡੈਥ ਦਾ ਕਾਰਨ ਬਣਿਆ,
ਸੋ ਬਾਏ ਬਰਥ ਸ਼ੁੱਕਰ ਤੇ ਰਾਹੂ ਇਕੱਠੇ ਵੀ ਬੈਠੇ ਸੀ। ਸੋ ਬੇਸਿਕਲੀ ਹੋਇਆ ਕੀ ਆ ਕਿ ਇੱਕੋ ਵੇਲੇ ਤੇ ਮਤਲਬ ਪੋਜ਼ਿਟਿਵ ਪਲੈਨਟ ਤਾਂ ਚੱਲਦੇ ਪਏ ਸੀ, ਪਰ ਨੈਗੇਟਿਵ ਗ੍ਰਹਿਾਂ ਦਾ ਪ੍ਰਭਾਵ ਵਧਣ ਕਰਕੇ 8th ਹਾਊਸ ਦੇ ਲਾਰਡ ਨੇ ਉਹ ਇਵੈਂਟ ਦੇਤਾ ਅਸਲ ਦੇ ਵਿੱਚ, ਜਿਹੜਾ ਕਾਰਨ ਬਣ ਗਿਆ ਉਸ ਚੀਜ਼ ਦਾ। ਬਾਕੀ ਜਿਹੜੀ ਦਸ਼ਾਵਾਂ ਦਾ ਪ੍ਰਭਾਵ ਸੀਗਾ ਜਾਂ ਜਿਹੜੀ ਗ੍ਰਹਿ ਦਸ਼ਾ ਚੱਲ ਰਹੀ ਸੀ ਉਹਨੂੰ ਮਾੜੀ ਨਹੀਂ ਕਹਿ ਸਕਦੇ, ਕਿ ਕਿਉਂਕਿ ਮਾੜਾ ਟਾਈਮ ਵੀ ਨਹੀਂ ਚੱਲ ਰਿਹਾ ਸੀ, ਉਹ ਕੋਈ ਇਦਾਂ ਦਾ ਨਹੀਂ ਸੀਗਾ ਕਿ ਮਾੜਾ ਟਾਈਮ, ਸੁਪਰਸਟਾਰ ਸੀਗਾ। ਪਰ ਗ੍ਰਹਿ ਦਾ ਸਿਰਫ ਇੱਕ ਇਵੈਂਟ ਸੀਗਾ। ਜਿੱਦਾਂ ਆਪਾਂ ਚੀਜ਼ ਕਹਿੰਦੇ ਆ ਨਾ ਕਿ ਰੋਟੀ ਜਿੱਦਾਂ ਸਬਜ਼ੀ ਬਣਾਈ ਦੀ ਆ, ਸਾਰੀਆਂ ਚੀਜ਼ਾਂ ਪੈਂਦੀਆਂ ਨੇ ਪਰ ਨੂਣ ਦਾ ਸਵਾਦ ਵੀ ਵਿੱਚ ਅੱਡ ਆਉਂਦਾ ਹੈ। ਸੇਮ ਤਰੀਕੇ ਨਾਲ 8th ਹਾਊਸ ਦੇ ਲਾਰਡ ਦਾ ਇੱਕ ਇਵੈਂਟ ਆਇਆ ਸੀਗਾ, ਕਹਿ ਲੋ ਕਾਲ ਖੜਾ ਸੀ, ਇਹਨੇ ਮਤਲਬ ਕਹਿ ਲੋ ਗਲ ਨਾਲ ਲਾ ਲਿਆ, ਦੈਟਸ ਓਨਲੀ ਥਿੰਗ। ਮਤਲਬ ਉਹ ਚੀਜ਼ ਇਹਦੇ ਨਾਲ ਹੋਈ ਆ, ਜਿਹੜੀ ਚੀਜ਼ ਮਤਲਬ ਮਰਕਰੀ ਦੇ ਕਰਕੇ ਅਸਲ ਦੇ ਵਿੱਚ ਉਹ ਚੀਜ਼ ਦਾ ਇਹਨੂੰ ਰਿਜ਼ਲਟ ਮਿਲ ਗਿਆ ਅਸਲ ਦੇ ਵਿੱਚ। ਦੈਟ ਇਜ਼ ਦਾ ਮੇਨ ਰੀਜ਼ਨ। ਸੋ ਤੁਹਾਡੇ ਕਹਿਣ ਦਾ ਮਤਲਬ ਜੇ ਕੋਈ ਗ੍ਰਹਿ ਚੰਗਾ ਪ੍ਰਭਾਵ ਦਿੰਦਾ ਉਹ ਮਾੜਾ ਪ੍ਰਭਾਵ ਵੀ ਦੇ ਸਕਦਾ। ਬਿਲਕੁਲ, ਦੇਖੋ ਇਹ 'ਚ ਮਰਕਰੀ ਇਹਨੂੰ ਮਾੜਾ ਇੱਕ ਇਵੈਂਟ ਦਾ ਦਿੱਤਾ, ਪਰ ਮਰਕਰੀ ਇਹਦੇ ਵਿੱਚ ਇਹਨੂੰ ਚੰਗਾ ਰਿਜ਼ਲਟ ਵੀ ਦੇ ਰਿਹਾ ਸੀ, ਕਿਉਂਕਿ ਇਹ ਆਪਦੇ ਕਰੀਅਰ ਦੀ ਚਰਮ ਸੀਮਾ ਦੇ ਵਿੱਚ ਸੀਗਾ ਇਸ ਵਕਤ। ਮਤਲਬ ਜਿਹੜੀਆਂ ਜਿਸ ਟਾਈਪ ਤੇ ਇਹ ਮਤਲਬ ਸਟੇਟਸ ਤੇ ਖੜਾ ਸੀ, ਇੱਕ ਆਵਾਜ਼ ਦਿੰਦਾ ਸੀਗਾ ਚੀਜ਼ਾਂ ਕਿਤੇ ਦੀ ਕਿਤੇ, ਮਤਲਬ ਰਾਜਨੀਤੀ ਦੇ ਤੌਰ ਤੇ ਜਾਂ ਕਿਸੇ ਵੀ ਤੌਰ ਤੇ। ਇਹ ਗ੍ਰਹਿ ਨਹੀਂ ਮਾੜਾ ਸੀਗਾ, ਗੱਲ ਸਿਰਫ ਇੱਕ ਇਵੈਂਟ ਸੀਗਾ ਕਿ 8th ਹਾਊਸ ਡੈਥ ਦਾ ਹਾਊਸ ਮੰਨਿਆ ਜਾਂਦਾ, 8ਵਾਂ ਘਰ। ਸੋ ਉਹਨੇ ਇੱਕ ਇਵੈਂਟ ਦਿੱਤਾ ਵਾ ਅਸਲ ਦੇ ਵਿੱਚ, ਜਿਹਦੇ ਵਿੱਚ ਫਸ ਗਿਆ ਅਸਲ ਦੇ ਵਿੱਚ, ਕਹਿ ਲਓ ਹੋਣੀ ਦੇ ਵਿੱਚ ਫਸ ਗਿਆ ਅਸਲ ਦੇ ਵਿੱਚ। ਦੈਟ ਇਜ਼ ਦਾ ਮੇਨ ਰੀਜ਼ਨ ਜਿਹਦੇ ਕਰਕੇ ਚੀਜ਼ਾਂ ਹੋ ਗਈਆਂ। ਸਰ ਜਿੱਦਾਂ ਤੁਸੀਂ ਦੱਸਿਆ ਕਿ ਇਹ ਡੈਥ ਦਾ ਕਾਰਨ ਬਣਿਆ ਉਹਨਾਂ ਦਾ, ਕੀ ਇਹ ਉਹਨਾਂ ਦੀ ਡੈਸਟਨੀ ਸੀਗੀ, ਉਹਨਾਂ ਦੀ ਕਿਸਮਤ ਦੇ ਵਿੱਚ ਸੀਗਾ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਹੀ ਮੌਤ ਮਿਲੇਗੀ, ਜਾਂ ਕੋਈ ਹੋਰ ਕਾਰਨ ਬਣੇ ਇਹਨਾਂ ਦੀ ਮੌਤ ਦੇ? ਦੇਖੋ ਅਸਲ ਦੇ ਵਿੱਚ ਡੈਸਟਨੀ ਸੀਗੀ ਜਾਂ ਨਹੀਂ, ਜੇਕਰ ਦੇਖੋ ਹੁਣ ਤਾਂ ਜਿਹੜੀ ਚੀਜ਼ ਵਾਪਰ ਚੁੱਕੀ ਆ ਤਾਂ ਆਪਾਂ ਕਹਿ ਲਈਏ, ਦੇਖੋ ਇਹ ਤਾਂ ਮਾਲਕ ਦੇ ਹੱਥ ਦੇ ਵਿੱਚ ਆ ਕਿ ਇਹਨੂੰ ਕਿੱਦਾਂ ਦੀ ਮੌਤ ਮਿਲਣੀ ਆ। ਜਦੋਂ ਇਹਦਾ ਹੋਰੋਸਕੋਪ ਦੇਖਦੇ ਆ ਨਾ, ਕਿ ਦੇਖ ਕੇ ਅਸਲ ਦੇ ਵਿੱਚ ਕਈ ਵਾਰੀ ਮਤਲਬ ਖੁਸ਼ੀ ਵੀ ਬਹੁਤ ਹੁੰਦੀ ਹੈ, ਰੋਣਾ ਵੀ ਬਹੁਤ ਆਉਂਦਾ ਵਾ। ਬਿਲਕੁਲ ਰੀਜ਼ਨ ਇਹ ਆ ਕਿਉਂਕਿ ਇਹੋ ਜਿਹੇ ਬੰਦਿਆਂ ਨੂੰ ਅਸੀਂ ਅਸਲ 'ਚ ਕਹਿੰਦੇ ਆ ਕਿ ਇਹਨਾਂ ਦੀ ਨਾ ਜ਼ੁਬਾਨ ਤੇ ਸਰਸਵਤੀ ਵਿਰਾਜਮਾਨ ਹੁੰਦੀ ਆ। ਸਰਸਵਤੀ ਵਿਰਾਜਮਾਨ ਮਤਲਬ ਇਹ ਹੋਣਾ ਕਿ ਇਹ ਬੰਦੇ ਜੋ ਬੋਲਦੇ ਨੇ ਉਹ ਸੱਚ ਹੋਣਾ ਸ਼ੁਰੂ ਹੋ ਜਾਂਦਾ ਵਾ। ਉਹਨੂੰ ਅਨਹਦ ਨਾਦ ਕਹਿੰਦੇ ਆ। ਹਰੇਕ ਬੰਦੇ ਦੇ ਕੋਲੇ ਹੁੰਦਾ ਹੈ, ਹਰ ਇੱਕ ਇਨਸਾਨ ਦੇ ਕੋਲੇ ਇਹ ਚੀਜ਼ ਹੁੰਦੀ ਆ। ਦਿਨ ਦੇ ਵਿੱਚ ਇੱਕ ਪਲ ਇੱਕ ਐਸਾ ਆਉਂਦਾ ਵਾ ਜਦੋਂ ਜਿਹੜੀ ਚੀਜ਼ ਤੁਸੀਂ ਬੋਲਦੇ ਹੋ ਸੱਚ ਹੋ ਜਾਂਦੀ ਆ। ਤਾਂ ਹੀ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਆ ਕਿ ਇੱਕ ਮਾੜਾ ਨਹੀਂ ਬੋਲੀਦਾ ਹੁੰਦਾ, ਪਤਾ ਨਹੀਂ ਕਦੋਂ ਪੂਰਾ ਹੋ ਜਾਵੇ। ਸੇਮ ਚੀਜ਼ ਇਹੀ ਹੁੰਦੀ ਆ। ਪਰ ਇਹਨਾਂ ਜਿਵੇਂ ਆ ਸਿੱਧੂ ਮੂਸੇ ਵਾਲੇ ਬੰਦੇ, ਇਹਨਾਂ ਦੇ ਕੋਲੇ ਕੀ ਆ, ਜ਼ਬਾਨ ਤੇ ਸਰਸਵਤੀ ਬੈਠੀ ਹੁੰਦੀ ਆ। ਜੋ ਬੋਲਦੇ ਨੇ ਉਹ ਚੀਜ਼ਾਂ ਉਹ ਹੋਣੀਆਂ ਸ਼ੁਰੂ ਹੋ ਜਾਂਦੀਆਂ, ਤੇ ਜਿੱਦਾਂ ਜਿੱਦਾਂ ਇਹਨਾਂ ਦੀ ਏਜ ਵੱਡੀ ਹੁੰਦੀ ਆ ਉਦਾਂ ਉਦਾਂ ਉਹ ਚੀਜ਼ਾਂ ਹੋਰ ਪ੍ਰਫੁੱਲਿਤ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਹਦੇ ਨਾਲ ਹੋਇਆ ਕੀ ਆ ਕਿ ਇਹ ਅਸਲ 'ਚ ਕਹਿ ਲਓ ਆਪਣੀ ਮੌਤ ਦਾ ਕਾਰਨ ਆਪ ਹੀ ਬਣ ਗਿਆ। ਇਹਨੇ ਆਪ ਹੀ ਉਹ ਚੀਜ਼ਾਂ ਬੋਲਣੀਆਂ। ਇਹਨੇ ਮਤਲਬ ਚਾਹੇ ਇਹਦੇ ਗਾਣੇ ਚੱਕ ਕੇ ਦੇ, ਸਾਰਿਆਂ ਨੂੰ ਪਤਾ ਹੈਗਾ ਕਿ ਉਹ ਚੀਜ਼ਾਂ ਆਪ ਹੀ ਬੋਲ ਰਿਹਾ, ਜਨਾਜ਼ਾ ਵੀ ਮੇਰਾ ਉੱਠੂਗਾ ਜਾਂ ਸਾਰੀਆਂ ਚੀਜ਼ਾਂ। ਸਰਸਵਤੀ ਅਸਲ 'ਚ ਇਹਨੂੰ ਆਪ ਨੂੰ ਨਹੀਂ ਸੀ ਪਤਾ ਕਿ ਵੀ ਜੋ ਮੈਂ ਚੀਜ਼ਾਂ ਬੋਲ ਰਿਹਾ ਉਹ ਮੇਰੇ ਤੇ ਹੀ ਹਾਵੀ ਹੋ ਜਾਣੀਆਂ। ਅਸਲ ਦੇ ਵਿੱਚ ਇਹਦੇ ਨਾਲ ਭਾਣਾ ਅਸਲ 'ਚ ਇਹ ਵਾਪਰਿਆ ਅਸਲ ਦੇ ਵਿੱਚ ਕਿ ਵੀ ਇਹਨੇ ਆਪਣੀਆਂ ਜਿਹੜੀਆਂ ਕਹਿ ਲਓ ਮੌਤ ਆਪਦੀ ਆਪ ਹੀ ਲਿਖ ਲਈ ਅਸਲ ਦੇ ਵਿੱਚ। ਦੈਟ ਇਜ਼ ਦਾ ਮੇਨ ਰੀਜ਼ਨ, ਜਿਹੜੀਆਂ ਇਹ ਮਤਲਬ ਆਪ ਹੀ ਉਹਦੇ ਤੇ ਭਾਰੀ ਬਣ ਚੁੱਕਿਆ ਹੈਗਾ ਵਾ। ਸੋ ਮੇਨ ਰੀਜ਼ਨ ਇਹਦਾ ਇਹ ਡੈਸਟਨੀ ਅਸਲ 'ਚ ਇਹਦੀ ਇਹ ਬਣੀ ਆ ਕਿ ਇਹਨੇ ਆਪ ਹੀ ਆਪਦਾ ਲਿਖ ਲਿਆ ਵਾ। ਸੋ ਜੇ ਲੈਟਸ ਸੇ ਆਪਾਂ ਇਹ ਹੋਰੋਸਕੋਪ ਪਹਿਲਾਂ ਕਿਤੇ ਦੇਖਦੇ, ਜਾਂ ਮੈਨੂੰ ਮੈਂ ਹੋਰੋਸਕੋਪ ਦੇਖਦਾ, ਇਹਦੀ ਹੁਣ ਤਾਂ ਚਲੋ ਮੌਤ ਹੋ ਗਈ, ਆਪਾਂ ਪਹਿਲਾਂ ਹੋਰੋਸਕੋਪ ਦੇਖਦੇ ਤਾਂ ਸਭ ਤੋਂ ਪਹਿਲੀ ਗੱਲ ਕਹਿਣੀ ਸੀ ਕਿ ਜੋ ਗੱਲਾਂ ਬੋਲ ਰਿਹਾ ਕਹਿਣੀਆਂ ਬੰਦ ਕਰ ਦੇ, ਕਿਉਂਕਿ ਤੂੰ ਅਸਲ 'ਚ ਕ੍ਰੀਏਸ਼ਨ ਕਰ ਰਿਹਾ ਵਾ। ਤੂੰ ਉਹ ਚੀਜ਼ਾਂ ਤੇਰੇ ਤੇ ਹੈਵੀ ਹੋ ਜਾਣੀਆਂ। ਤੂੰ ਜੋ ਬੋਲ ਰਿਹਾ ਉਹ ਸੱਚ ਹੋ ਰਿਹਾ ਉਹ ਚੀਜ਼ਾਂ। ਦੇਖੋ ਮਾਲਕ ਹਰੇਕ ਨੂੰ ਨਹੀਂ ਦਿੰਦਾ। ਜਿੱਦਾਂ ਆਪਾਂ ਸਰਸਵਤੀ ਕਹਿੰਦੇ ਆ, ਕਈ ਵਾਰੀ ਕੋਈ ਲੀਡਰ ਹੁੰਦਾ ਵਾ ਬਹੁਤ ਵਧੀਆ ਭਾਸ਼ਣ ਦਿੰਦਾ, ਦੁਨੀਆ ਖਿੱਚੀ ਤੁਰੀ ਆਉਂਦੀ ਹੈ। ਕਈ ਵਾਰੀ ਕੋਈ ਲੋਕ ਚੰਗੇ ਬੋਲਦੇ ਬਹੁਤ ਵਧੀਆ, ਦੋਸਤ ਬੜੇ ਉਹਨਾਂ ਦੇ ਇਕੱਠੇ ਹੁੰਦੇ ਨੇ, ਜਾਂ ਕਈ ਵਾਰੀ ਵੈਸੇ ਹੀ ਕੋਈ ਗੱਲਾਂ ਕਰਦਾ ਹੁੰਦਾ, ਸਾਰੇ ਜਾਣੇ ਉਹਦੇ ਆਲੇ ਦੁਆਲੇ ਇਕੱਠੇ ਹੋਣੇ। ਉਹ ਹੁੰਦਾ ਕੁਛ ਨਹੀਂ, ਉਹ ਊਰਜਾ ਸ਼ਕਤੀ ਦਾ ਪ੍ਰਭਾਵ ਹੁੰਦਾ ਵਾ, ਸਰਸਵਤੀ ਦਾ ਪ੍ਰਭਾਵ ਹੁੰਦਾ ਕਿ ਲੋਕੀ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ। ਇਹਦਾ ਕੋਈ ਸੁਰਾਂ ਨਾਲ ਕੋਈ ਲੈਣ ਦੇਣ ਨਹੀਂ ਕਿ ਸੁਰ ਬੜੇ ਵਧੀਆ ਲਾਉਣੇ ਹੁੰਦੇ, ਚਾਹੇ ਸੁਰ ਨਾ ਵੀ ਲਾਉਣੇ ਆਉਂਦੇ ਹੁਣ। ਕਈ ਵਾਰੀ ਬੜੇ ਸੁਰੀਲੇ ਗਾਇਕ ਨੇ ਮਤਲਬ ਫੇਲ ਹੋਏ ਨੇ, ਹੈ ਹੀ ਨਹੀਂ ਉਹਨਾਂ ਕੋਲ ਕੁਛ। ਕਈਆਂ ਨੂੰ ਸੁਰ ਵੀ ਨਹੀਂ ਆਉਂਦੇ ਫਿਰ ਵੀ ਬੜੇ ਹਾਈ ਨੇ। ਰੀਜ਼ਨ ਕੀ? ਮਾਂ ਸਰਸਵਤੀ ਦਾ ਵਾਸ ਕਿਹਦੇ ਕੋਲੇ ਆ? ਉਸ ਊਰਜਾ ਸ਼ਕਤੀ ਦਾ ਵਾਸ ਇਹਦੇ ਕੋਲੇ। ਉਹ ਸ਼ਕਤੀ ਦਾ ਪ੍ਰਭਾਵ ਸੀਗਾ ਜਿਹਦੇ ਕਰਕੇ ਇਹ ਹਿੱਟ ਹੋ ਰਿਹਾ ਸੀਗਾ। ਜਿਹੜੀ ਵੀ ਚੀਜ਼ ਕਰਦਾ ਸੀ ਹਿੱਟ ਸੀ, ਲੋਕੀ ਆਕਰਸ਼ਿਤ ਹੋ ਰਹੇ ਸੀਗੇ। ਪਰ ਉਹੀ ਚੀਜ਼ਾਂ ਇਹਦੇ ਅਸਲ ਦੇ ਵਿੱਚ ਕਾਲ ਦਾ ਕਾਰਨ ਬਣ ਗਈਆਂ। ਇਹਨੇ ਉਹੀ ਚੀਜ਼ਾਂ ਆਪ ਹੀ ਆਪਣੇ ਲਈ ਕਹਿ ਦਿੱਤੀਆਂ ਕਿ ਉਹ ਚੀਜ਼ਾਂ ਮੇਰੇ ਨਾਲ ਹੋਣਗੀਆਂ, ਉਹੀ ਚੀਜ਼ਾਂ ਹੋ ਗਈਆਂ ਅਸਲ 'ਚ।
ਸੋ ਦਿਸ ਇਜ਼ ਵਾਟ ਇਜ਼ ਹਿਸ ਡੈਸਟੀਨੀ। ਜੀ ਬਿਲਕੁਲ, ਜਿੱਦਾਂ ਉਹਨਾਂ ਦਾ ਮੌਤ ਤੋਂ ਪਹਿਲਾਂ ਇੱਕ ਗਾਣਾ ਆਇਆ ਸੀਗਾ ਲਾਸਟ ਰਾਈਡ, ਮੈਨੂੰ ਲੱਗਦਾ ਹੈ ਕਿ ਚੀਜ਼ਾਂ ਚਾਹੇ ਆਪਾਂ ਇੱਕ ਚੀਜ਼ ਨੂੰ ਕੋਇਨਸੀਡੈਂਸ, ਹੁਣ ਕੋਈ ਵੀ ਇਹਦੇ ਤੇ ਕੰਟਰਾਡਿਕਟ ਕਰ ਸਕਦਾ ਕਿ ਇਹ ਚੀਜ਼ਾਂ ਦਾ ਕੋਇਨਸੀਡੈਂਸ ਹੁੰਦੀ ਹੈ। ਇੱਕ ਚੀਜ਼ ਕੋਇਨਸੀਡੈਂਸ ਹੋ ਸਕਦੀ ਹੈ, ਆਪਦੀ ਤਰੀਕ ਵੀ 29/5 ਉਹ ਵੀ ਕੋਇਨਸੀਡੈਂਸ ਹੋ ਸਕਦੀ ਹੈ, ਹਰੇਕ ਚੀਜ਼ਾਂ ਹੋ ਸਕਦੀਆਂ, ਸੱਜੇ ਹੱਥ ਤੇ ਬੋਨਟ ਤੇ ਗੋਲੀ ਵੱਜੂ ਜਾਂ ਸਾਰੇ ਗਾਣੇ ਇਹਦੇ ਚੱਕ ਕੇ ਹਰੇਕ ਚੀਜ਼ ਨੂੰ ਮਤਲਬ ਪੈਰਲਰ ਦੇ ਵਿੱਚ ਬੋਲ ਕੇ ਗਿਆ ਹੋਇਆ। ਤੇ ਜਿਹੜੇ ਹੁਣ ਨਹੀਂ ਅੱਗੇ ਵੀ ਗਾਣੇ ਜਿਹੜੇ ਆਉਣਗੇ ਉਹ ਚੀਜ਼ਾਂ ਵੀ ਇਹਦੀਆਂ ਸੱਚ ਹੋਣਗੀਆਂ ਕਿਉਂਕਿ ਇਹਨੇ ਆਪ ਲਿਖੀਆਂ ਹੋਈਆਂ ਨੇ। ਸੋ ਅਸਲ ਦੇ ਵਿੱਚ ਇਹ ਆਪ ਹੀ ਕਹਿ ਲਓ, ਆਪ ਹੀ ਆਪਣਾ ਕਾਲ ਬਣ ਗਿਆ ਵਾ ਕਿ ਆਪ ਹੀ ਗਾ ਕੇ ਆਪ ਹੀ ਉਹ ਚੀਜ਼ਾਂ ਨੂੰ ਅਸਲ 'ਚ ਮੈਨੀਫੈਸਟ ਕਰਤਾ ਵਾ। ਦਿਸ ਇਜ਼ ਦਾ ਮੇਨ ਰੀਜ਼ਨ। ਜਿੱਦਾਂ ਇਹਨਾਂ ਦਾ ਪੂਰਾ ਜੀਵਨ, ਪੂਰਾ ਮਤਲਬ ਜਿਹੜਾ ਇਹਨਾਂ ਦਾ ਕਰੀਅਰ ਹੈ ਕੰਟਰੋਵਰਸੀਜ਼ ਦੇ ਨਾਲ ਸੰਬੰਧਿਤ ਰਿਹਾ, ਹਰ ਗਾਣੇ ਦੇ ਨਾਲ ਕੋਈ ਨਾ ਕੋਈ ਕੰਟਰੋਵਰਸੀ ਸੀਗੀ। ਸੋ ਉਹਦਾ ਕੀ ਕਾਰਨ ਸੀਗਾ? ਦੇਖੋ ਜਿਹੜੀ ਕੰਟਰੋਵਰਸੀਜ਼ ਦਾ ਕਾਰਨ ਸੀ ਦੈਟ ਇਜ਼ ਬਿਕੋਜ਼ ਆਫ ਰਾਹੂ, ਕਿਉਂਕਿ ਜਿਹੜੀ ਅਸਲ 'ਚ ਦਸ਼ਾ ਚੱਲਦੀ ਸੀਗੀ ਉਹਦੇ 'ਚ ਅਸੀਂ ਦਸ਼ਾ ਦਾ ਪ੍ਰਭਾਵ ਦੇਖਦੇ ਹਾਂ ਕਿ ਕਿਹੜੇ ਗ੍ਰਹਿ ਦੀ ਦਸ਼ਾ ਚੱਲਦੀ ਸੀ। ਸ਼ੁੱਕਰ ਦੀ ਦਸ਼ਾ ਸੀਗੀ। ਇਸ ਸ਼ੁੱਕਰ ਦੇ ਨਾਲ ਰਾਹੂ ਬੈਠਾ ਸੀਗਾ ਤੇ ਨਾਲ ਜੁਪੀਟਰ ਵੀ ਬੈਠਾ ਹੈਗਾ। ਸੋ ਰਾਹੂ ਦੀ ਇਹ ਪਰਿਭਾਸ਼ਾ ਵਾ ਕਿ ਵੀ ਜਿਹੜੇ ਗ੍ਰਹਿ ਦੇ ਨਾਲ ਬੈਠਦਾ ਉਸ ਤੇ ਉਹਦਾ ਗ੍ਰਹਿ ਦਾ ਪ੍ਰਭਾਵ ਐਂਪਲੀਫਾਈ ਕਰ ਦਿੰਦਾ, ਵਧਾ ਦਿੰਦਾ ਵਾ। ਸੋ ਹੁਣ ਇਹੀ ਇਸੇ ਜਗ੍ਹਾ ਤੇ ਸ਼ਨੀ ਦੇ ਨਾਲ ਜਾਂ ਮੰਗਲ ਨਾਲ ਬੈਠਦਾ ਨੈਗੇਟਿਵ ਰਿਜ਼ਲਟ ਦੇਣਾ ਸੀ, ਪਰ ਇਹਦੇ ਕੇਸ 'ਚ ਕੀ ਕਰ ਰਿਹਾ ਸੀ, ਇਹਦੀਆਂ ਕੰਟਰੋਵਰਸੀਜ਼ ਇਹਨੂੰ ਫੇਮ ਦੇ ਰਹੀਆਂ ਸੀਗੀਆਂ, ਨੈਗੇਟਿਵ ਰਿਜ਼ਲਟ ਨਹੀਂ। ਪਰ ਹਾਂ ਇੱਕ ਜਗ੍ਹਾ ਤੇ ਨੈਗੇਟਿਵ ਰਿਜ਼ਲਟ ਦੇ ਰਹੀਆਂ ਸੀ ਜਿਹਨੂੰ ਕਹਿੰਦੇ ਆ ਦੁਸ਼ਮਣੀਆਂ। ਅਸਲ ਦੇ ਵਿੱਚ ਰਾਜਨੀਤਿਕ ਦੁਸ਼ਮਣੀਆਂ, ਰਾਜਨੀਤਿਕ ਛੜਯੰਤਰ ਜਿਹੜੇ ਹੁੰਦੇ ਨੇ ਉਹ ਚੀਜ਼ਾਂ ਚੱਲ ਰਹੀਆਂ ਸੀਗੀਆਂ। ਪਰ ਮੋਰ ਓਵਰ ਫਾਈਨੈਂਸ਼ੀਅਲੀ ਸਟਰੋਂਗ ਹੋ ਰਿਹਾ ਸੀ, ਮਨੀ ਵਾਈਜ਼ ਸਟਰੋਂਗ ਹੋ ਰਿਹਾ ਸੀਗਾ, ਲੋਕਾਂ ਦੇ ਵਿੱਚ ਜ਼ਿਆਦਾ ਫੇਮ ਵੱਧ ਰਿਹਾ ਸੀ। ਦੈਟ ਇਜ਼ ਬਿਕੋਜ਼ ਆਫ ਰਾਹੂ। ਜਿਹੜੀਆਂ ਕੰਟਰੋਵਰਸੀਜ਼ ਇਹਦੀਆਂ ਕ੍ਰੀਏਟ ਹੋ ਰਹੀਆਂ ਸੀ ਤੇ ਇਹਨੂੰ ਫੇਮ ਦੇ ਰਹੀਆਂ ਸੀ, ਉਹ ਰਾਹੂ ਦੇ ਕਰਕੇ ਸੀਗੀਆਂ। ਸੋ ਫੈਨ ਫੋਲੋਇੰਗ ਜਿੱਦਾਂ ਇਹਨਾਂ ਦੀ ਬਹੁਤ ਸੀਗੀ, ਤਾਂ ਮੈਨੂੰ ਲੱਗਦਾ ਕਿ ਉਹਦੇ ਕਾਰਨ ਵੀ ਇਹਨਾਂ ਨੂੰ ਥੋੜਾ ਜਿਹਾ ਮਤਲਬ ਇਹਦੇ ਤੇ ਇਫੈਕਟ ਪਿਆ ਵਿੱਚ। ਕੀ ਇਹ ਆਪਾਂ ਰੋਕ ਸਕਦੇ ਸੀ ਕਿ ਜੇ ਇਹਨਾਂ ਦਾ ਹੋਰੋਸਕੋਪ ਤੁਹਾਡੇ ਕੋਲ ਪਹਿਲਾਂ ਜਾਂਦਾ? ਦੇਖੋ ਜੇ ਮੇਰੇ ਕੋਲੇ ਸਭ ਤੋਂ ਪਹਿਲਾਂ ਲੈਟਸ ਸੇ, ਚਲੋ ਆਪਾਂ ਹੁਣ ਜਿਹੜੀ ਚੀਜ਼ ਹੋ ਗਈ ਆ ਉਹ ਤਾਂ ਚਲੋ ਭਾਣਾ ਹੈਗਾ ਵਾ, ਪਰ ਲੈਟਸ ਸੇ ਆਪਾਂ ਅਜ਼ਿਊਮ ਕਰਦੇ ਆ ਕਿ ਜੇ ਸਾਡੇ ਕੋਲ ਪਹਿਲਾਂ ਹੁੰਦਾ, ਕਿਉਂਕਿ ਹਰੇਕ ਦੇ ਇਮੋਸ਼ਨਸ ਜੁੜੇ ਆ, ਉਹ ਜਾਣਨਾ ਚਾਹੁੰਦੇ ਆ ਕਿ ਕੀ ਕਰ ਸਕਦੇ ਸੀਗੇ, ਜਿੱਦਾਂ ਹੁੰਦਾ ਨਾ ਕੀ ਆਪਸ਼ਨ ਸੀਗੀ ਸਾਡੇ ਕੋਲੇ, ਕੀ ਕਰ ਸਕਦੇ ਸੀਗੇ। ਯੈਸ, ਇਸ ਨੂੰ ਬਹੁਤ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਲੈਟਸ ਸੇ ਜਿੱਦਾਂ ਪੁਰਾਣੇ ਜ਼ਮਾਨੇ 'ਚ ਨਾ ਲੋਕ ਕਈ ਵਾਰੀ ਬੁਖਾਰ ਚੜਦਾ ਸੀ ਉਹਦੇ ਨਾਲ ਮਰ ਜਾਂਦੇ ਸੀਗੇ, ਸੈੱਲ ਘਟਦੇ ਸੀ ਉਹਨਾਂ ਨਾਲ ਮਰ ਜਾਂਦੇ ਸੀਗੇ, ਮਾੜਾ ਜਿਹਾ ਕਈ ਵਾਰੀ ਸਿਰ 'ਚ ਪ੍ਰੋਬਲਮ ਹੋ ਜਾਣੀ ਉਹਦੇ ਨਾਲ ਮਰ ਜਾਂਦੇ, ਟੀਕਾ ਨਹੀਂ ਲੱਗਦਾ ਸੀਗਾ ਜਿਹੜਾ ਜਨਮ ਤੇ ਲੱਗਦਾ ਉਹਦੇ ਕਰਕੇ ਮਰ। ਪਰ ਹੁਣ ਅੱਜ ਦੀ ਡੇਟ 'ਚ ਨਹੀਂ ਮਰ ਰਹੇ। ਪਰ ਹੁਣ ਇਹਦੇ ਨਾਲ ਇਹ ਨਹੀਂ ਕਹਿ ਸਕਦੇ ਕਿ ਇਨਸਾਨ ਰੱਬ ਬਣ ਗਿਆ। ਨੋ, ਇਹ ਸਿਰਫ ਇੱਕ ਵਿਕਾਸ ਹੋਇਆ, ਇਨਸਾਨ ਨੇ ਉਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਲਈਆਂ ਜਿਹੜੀਆਂ ਕੁਦਰਤ ਦੀਆਂ ਚੀਜ਼ਾਂ ਨੇ, ਉਹਦੇ ਨਾਲ ਇਨਸਾਨ ਨੇ ਮੌਤ ਤੇ ਕਹ ਲਓ ਵਿਜੇ ਹੀ ਆ ਅਸਲ ਦੇ ਵਿੱਚ। ਹੁਣ ਨਹੀਂ ਮਰ ਰਹੇ ਹੈਗੇ ਜਿੰਨੇ ਪਹਿਲਾਂ ਮਰ ਰਹੇ ਸੀਗੇ। ਪਹਿਲਾਂ ਪੈਨਸਲ ਨਹੀਂ ਲੱਗਦਾ ਸੀਗਾ, ਮਰ ਜਾਂਦਾ ਸੀਗਾ ਬੰਦਾ, ਪਰ ਹੁਣ ਨਹੀਂ ਹੈਗਾ ਉਹ ਚੀਜ਼ਾਂ। ਹੁਣ ਇਨਸਾਨ ਨੇ ਉਹ ਚੀਜ਼ਾਂ ਸਮਝ ਲਈਆਂ ਨੇ। ਸੋ ਯੈਸ, ਜੇ ਇਸ ਚੀਜ਼ ਨੂੰ ਆਪਾਂ ਦੇਖ ਲੈਂਦੇ, ਦੇਖੋ ਇੱਕ ਹੁੰਦਾ ਨਾ, ਇੱਕ ਹੈਗੀ ਆ ਮੂਹਰੇ ਖਾਈ ਆ, ਹੁਣ ਤਾਂ ਇਹ ਤਾਂ ਪੱਕਾ ਪਤਾ ਵੀ ਖਾਈ 'ਚ ਡਿੱਗਾਂਗੇ ਮਰਾਂਗੇ, ਪਰ ਜੇ ਹੁਣ ਪਤਾ ਵੀ ਆਪਾਂ ਖਾਈ ਨਹੀਂ ਦੂਸਰਾ ਰਾਹ ਲੈ ਲਈਏ ਤਾਂ ਸਾਨੂੰ ਚਾਂਸਸ ਨੇ ਕਿ ਉਹ 'ਚ ਬਚ ਜਾਵਾਂਗੇ ਅਸੀਂ। ਤਾਂ ਯੈਸ, ਇਹਦੇ ਕੋਲੇ ਆਪਸ਼ਨ ਸੀ। ਲੈਟਸ ਸੇ ਜੇ ਮੇਰੇ ਕੋਲੇ ਹੋਰੋਸਕੋਪ ਆਉਂਦਾ, ਸਭ ਤੋਂ ਪਹਿਲਾਂ ਤਾਂ ਇਹਦੀ ਇਹ ਚੀਜ਼ ਕਰਨ ਵਾਲੀ ਸੀ ਕਿ ਜਿੰਨੇ ਇਹਦਾ ਜੋ ਵੀ ਕੰਟੈਕਟ ਆ, ਜੋ ਵੀ ਇਹਦਾ ਪਬਲਿਕ ਨਾਲ ਕੰਟੈਕਟ ਆ ਜਾਂ ਕਿਸੇ ਨਾਲ ਵੀ ਕੰਟੈਕਟ ਆ, ਜਾਂ ਕੋਈ ਵੀ ਇਹ ਗਾਣਾ ਰਿਲੀਜ਼ ਕਰ ਲੈ, ਕੁਝ ਵੀ ਕਰ ਰਿਹਾ ਵਾ, ਥੋੜੇ ਟਾਈਮ ਲਈ ਇਹ ਪਹਿਲਾਂ ਬੰਦ ਕਰ ਦੇਵੇ। ਸੇਮ ਹੀ ਕੇਸ ਮੇਰੇ ਕੋਲ ਇੱਕ ਵਾਰੀ ਪਹਿਲਾਂ ਵੀ ਆਇਆ ਸੀ ਕਲਾਇੰਟ ਦਾ, ਉਹਦਾ ਵੀ ਕੇਸ ਦਾ ਇਹੀ ਸੀਗਾ ਕਿ ਉਹਦੇ 'ਚ ਪਰ ਡਿਫਰੈਂਟ ਕੰਬੀਨੇਸ਼ਨ। ਇਹਦੀ ਤਾਂ ਦਸ਼ਾਵਾਂ ਬਹੁਤ ਵਧੀਆ ਨੇ। ਉਹਦੀ ਸੀਗੀ ਅਸਲ ਦੇ ਵਿੱਚ ਰਾਹੂ ਦੀ ਦਸ਼ਾ, ਰਾਹੂ 'ਚ ਮਾਰ ਸੀਗਾ। ਉਹ ਤਾਂ ਮਤਲਬ ਡਾਇਰੈਕਟ ਸੀਗਾ ਕਿ ਵੀ ਅਸਲ ਦੇ ਵਿੱਚ ਕੋਈ ਨਾ ਕੋਈ ਮਤਲਬ ਮਾਰਨ ਨੂੰ ਫਿਰਦਾ ਹੀ ਪਿਆ ਸੀਗਾ। ਪਰ ਉਹਦੇ 'ਚ ਅਸੀਂ ਸੁਜੈਸਟ ਕੀਤਾ ਕਿ ਇਹਦੇ ਕੋਸ਼ਿਸ਼ ਕਰੋ ਇਹਨੂੰ ਜੇਲ੍ਹ 'ਚ ਹੀ ਛੱਡ ਦਿਓ, ਕਿਉਂਕਿ 4 ਮਹੀਨੇ ਬਾਅਦ ਉਹਦੀ ਦਸ਼ਾ ਨੇ ਖਤਮ ਹੋ ਜਾਣਾ ਸੀਗਾ। ਉਹ ਚੀਜ਼ ਦਾ ਇਵੈਂਟ ਆਉਣਾ ਨਹੀਂ ਸੀਗਾ। ਉਹਦਾ ਹੋਣਾ ਕੀ ਸੀਗਾ, ਕੁਛ ਲੜਾਈ ਲੜੂਈ ਹੋ ਕੇ ਡੰਡੇ ਡੁੰਡੇ ਪੈ ਕੇ ਉਹਨਾਂ ਘਰੇ ਬੈਠ ਜਾਣਾ ਜਾਂ ਲੱਤ ਲੁੱਤ ਤੜਾ ਕੇ ਬੈਠ ਜਾਣਾ ਸੀ। ਸਿੰਪਲ ਇਹ ਰਿਜ਼ਲਟ ਸੀ ਉਹਦਾ। ਸੇਮ ਉਹੀ ਚੀਜ਼ ਹੋਈ ਆ। ਉਹਦੇ ਮਾਪਿਓ ਨੇ ਕੀ ਕੀਤਾ, ਉਹਦੀ ਬੇਲ ਕਰਾ ਕੇ ਬਾਹਰ ਲਿਆਂਦਾ, 2 ਮਹੀਨੇ 'ਚ ਫਿਰ ਗੋਲੀ ਵੱਜ ਗਈ। ਸੋ ਪਰ ਅਸੀਂ ਸੁਜੈਸਟ ਕੀਤਾ ਸੀ ਕਿ 4 ਮਹੀਨੇ ਐਟਲੀਸਟ ਇਸ ਨੂੰ ਨਾ ਕੱਢੋ, ਪਰ ਉਹ ਸੇਮ 2 ਮਹੀਨੇ ਰਿਹਾ ਨਹੀਂ, ਮਹੀਨੇ ਬਾਅਦ ਬਾਹਰ ਕੱਢ ਲਿਆ, 2 ਮਹੀਨੇ 'ਚ ਉਹਨਾਂ ਨੂੰ ਗੋਲੀ ਵੱਜ ਗਈ ਉਸ ਮੁੰਡੇ ਨੂੰ। ਸੇਮ ਹੁਣ ਇਹਦੇ 'ਚ ਕੀ ਸੀਗਾ, ਜੇ ਇਹਦੀ ਦਸ਼ਾ ਦਾ ਟਾਈਮ, ਕਹਿੰਦੇ ਆ ਨਾ ਕਾਲ ਦਾ ਇੱਕ ਵਕਤ ਹੁੰਦਾ ਜਦੋਂ ਆਉਣੀ ਹੁੰਦੀ ਆ, ਜੇ ਉਹਨੂੰ ਟਾਲਦੀ ਹੈ ਨਾ, ਦੇਖੋ ਆਉਣੀ ਤਾਂ ਬਾਅਦ 'ਚ ਵੀ ਆ, ਪਰ ਇਹ ਵੀ ਟਾਈਮ ਮਿਲ ਜੂਗਾ ਸਾਨੂੰ, ਵਕਤ ਮਿਲ ਜਾਣਾ ਸੀਗਾ ਸਾਨੂੰ। ਹੁਣ ਨਾ ਆਉਂਦੀ 10 ਸਾਲ ਠਹਿਰ ਕੇ ਆ ਜਾਣੀ ਸੀ। ਸਿਰਫ ਇਹ ਕਾਲ ਦੇ ਘੇਰੇ 'ਚ ਆ ਗਿਆ ਸੀਗਾ। ਉਹ ਇੱਕ ਮੂਵਮੈਂਟ ਆ ਗਿਆ। ਕਹ ਲੋ ਕਹਿੰਦੇ ਵੀ ਮੌਤ ਨਹੀਂ ਅਸਲ 'ਚ ਬੰਦੇ ਕੋਲ ਦੀ, ਬੰਦਾ ਮੌਤ ਕੋਲ ਜਾਂਦਾ ਵਾ ਅਸਲ। ਸੇਮ ਇਹਦੇ ਨਾਲ ਕੀ ਸੀਗਾ, ਜੇ ਇਹ ਥੋੜਾ ਜਿਹਾ ਵਕਤ ਕੱਢ ਲੈਂਦਾ
ਜਾਂ ਟਾਈਮ ਨੂੰ ਥੋੜਾ ਜਿਹਾ ਟਪਾ ਲੈਂਦਾ ਤਾਂ ਆਹ ਮੂਵਮੈਂਟ ਨਿਕਲ ਜਾਣੀ ਸੀਗੀ। ਤੇ ਇਹਦਾ ਹੋਰੋਸਕੋਪ ਇਹੋ ਜਿਹਾ ਹੋਰੋਸਕੋਪ ਆ ਕਿ ਇਹਨੇ ਇੰਨੀ ਤਰੱਕੀ ਕਰਨੀ ਸੀਗੀ ਜਿਹਨੂੰ ਕਹਿੰਦੇ ਇਤਿਹਾਸ ਦੇ ਪੰਨਿਆਂ ਤੇ ਨਾਮ ਲਿਖਿਆ ਜਾਂਦਾ ਜਿਨ੍ਹਾਂ ਬੰਦਿਆਂ ਦਾ। ਤਰੱਕੀਆਂ ਤਾਂ ਹੁਣ ਵੀ ਬਹੁਤ ਕੀਤੀਆਂ ਇਹਨਾਂ ਨੇ, ਮਤਲਬ ਹਜੇ ਇਹਦੇ ਕੋਲੇ ਪੋਟੈਂਸ਼ੀਅਲ ਬਹੁਤ ਸੀਗਾ। ਜਿਹੜਾ ਇਹਦਾ ਹੁਣ 10th ਹਾਊਸ ਦਾ ਮੂਨ ਹੁੰਦਾ ਵਾ, ਇਹ ਕੋਈ ਛੋਟੇ ਮੋਟੇ ਬੰਦੇ ਕੋਲੇ ਨਹੀਂ ਹੁੰਦਾ ਹੈਗਾ। ਮਤਲਬ ਜਿੱਦਾਂ ਬਿਲ ਗੇਟਸ ਹੈਗਾ ਵਾ, 10th ਹਾਊਸ ਦਾ ਮੂਨ ਆ ਉਸ ਬੰਦੇ ਦਾ, ਮਤਲਬ ਮਾਈਕਰੋਸਾਫਟ ਦੀ ਕੰਪਨੀ ਚਲਾ ਰਿਹਾ ਉਹ ਬੰਦਾ। ਮਤਲਬ ਇਹਦੇ ਹੋਰੋਸਕੋਪ ਦੇ ਉਹ ਪਲੈਨਟ ਸੀਗੇ, ਮਤਲਬ ਉਸ ਮਤਲਬ ਉਚਾਈ ਤੱਕ ਇਹਨੂੰ ਪਹੁੰਚਾਉਣਾ ਸੀਗਾ। ਸੋ ਪਰ ਕਹਿ ਲਓ ਜਿਹੜੀ ਚੀਜ਼ ਇਹਦੇ ਹੋਰੋਸਕੋਪ 'ਚ ਉਸ ਟਾਈਮ ਤੇ ਕਹਿ ਲਓ ਵਾਪਰ ਗਈ, ਉਹ ਚੀਜ਼ ਫਸ ਗਿਆ ਅਸਲ 'ਚ ਉਹ ਚੀਜ਼ਾਂ ਦੇ ਵਿੱਚ, ਜਿਹਦੇ 'ਚ ਆਪਾਂ ਕਹਿ ਲਓ ਵੀ ਉਹ ਕੰਟਰੋਵਰਸੀਜ਼ ਰਹਿ ਗਈਆਂ ਇਹਦੀਆਂ। ਚਲੋ ਇਹ ਤਾਂ ਹੋ ਗਈ ਸਿੱਧੂ, ਜਿਹੜੇ ਉਹਨਾਂ ਦੀ ਮੌਤ ਦਾ ਕਾਰਨ ਬਣੇ, ਜਿਹੜੇ ਜੋ ਵੀ ਮਤਲਬ ਇਸ ਨਾਲ ਸੰਬੰਧਿਤ ਨੇ ਉਹਨਾਂ ਦੇ, ਜਿਵੇਂ ਲਾਰੈਂਸ ਬਿਸ਼ਨੋਈ ਗੈਂਗ ਹੋ ਗਿਆ, ਜਾਂ ਇਹਦੇ ਕਹਿਣ ਦਾ ਮਤਲਬ ਫਿਰ ਉਹਨਾਂ ਦੇ ਗ੍ਰਹਿ ਵਧੀਆ ਸੀਗੇ ਜਾਂ ਉਹਨਾਂ ਦੇ ਵੀ ਮਾੜੇ? ਦੇਖੋ ਜੋ ਚੀਜ਼ ਆ ਦਿਖਾਈ ਜਾ ਰਹੀ ਹੈ ਨਾ, ਪਹਿਲਾਂ ਹੁਣ ਇਹ 'ਚ ਸਵਾਲ ਇਹ ਆ ਵੀ ਹੁਣ ਜੋ ਦਿਖਾ ਰਿਹਾ ਕਿ ਵੀ ਅਸਲ 'ਚ ਉਹ ਮਾਰਿਆ ਵਾ ਜਾਂ ਜੋ ਵੀ ਜਿੰਨਾ ਵੀ ਗੈਂਗ ਵਾਰਾਂ ਦਾ ਜੋ ਵੀ ਜ਼ਿਕਰ ਕਰ ਰਿਹਾ, ਇਹ ਕੁਝ ਵੀ ਨਹੀਂ ਹੈਗਾ। ਇਹਨੂੰ ਕਹਿੰਦੇ ਛੜਯੰਤਰ ਹੋ ਰਿਹਾ ਵਾ, ਕਿਉਂਕਿ ਜਿਹੜੀ ਇਹਦੀ ਦਸ਼ਾ ਦਾ ਪ੍ਰਭਾਵ ਆ ਸ਼ੁੱਕਰ ਦੇ ਵਿੱਚ, ਰਾਹੂ ਦਸ਼ਾ ਦਾ ਪ੍ਰਭਾਵ ਆ, ਰਾਹੂ ਬੈਠਾ ਸ਼ੁੱਕਰ ਦੇ ਨਾਲ। ਸੋ ਇਹਦੇ 'ਚ ਕੀ ਹੁੰਦਾ ਵਾ ਕਿ ਜੋ ਚੀਜ਼ਾਂ ਸਾਨੂੰ ਦਿਖਾਈਆਂ ਜਾ ਰਹੀਆਂ ਨਾ, ਪ੍ਰੈਜ਼ੈਂਟ ਹੋ ਰਹੀਆਂ ਨੇ, ਕਿ ਕਈ ਵਾਰੀ ਹੁੰਦਾ ਕਿ ਇਸ ਬੰਦੇ ਨੇ ਗੋਲੀ ਮਾਰੀ ਆ, ਤੇ ਕਈ ਵਾਰੀ ਹੁੰਦਾ ਉਹ ਬੰਦੇ ਨੇ ਨਹੀਂ ਗੋਲੀ ਮਾਰੀ, ਉਹ ਕਰਵਾਇਆ ਵਾ ਕਿਸੇ ਨੇ। ਉਹਦੇ ਇਹਦੇ ਜੋ ਇਹਦਾ ਕਤਲ ਹੋਇਆ ਵਾ ਜਾਂ ਜੋ ਮਰਡਰ ਹੋਇਆ, ਇਹਦੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਨੇ, ਜਿਹਨੂੰ ਕਹਿ ਲਓ ਜਾਂ ਰਾਜਨੀਤੀ ਹੋ ਰਹੀ ਆ, ਜਿਹੜੀ ਅਸਲ 'ਚ ਜੋ ਚੀਜ਼ਾਂ ਦਿਖਾਈਆਂ ਜਾ ਰਹੀਆਂ ਨੇ ਨਾ, ਜੋ ਪ੍ਰੈਜ਼ੈਂਟ ਕੀਤੀਆਂ ਜਾ ਰਹੀਆਂ ਮੀਡੀਆ ਤੇ, ਇਹ ਚੀਜ਼ ਨਹੀਂ ਹੈਗੀ ਜੋ ਇਹਦੇ ਹੋਰੋਸਕੋਪ ਤੋਂ ਸ਼ੋ ਹੋ ਰਹੀ ਆ। ਇਹ ਉਹ ਚੀਜ਼ ਨਹੀਂ ਹੈਗੀ ਜੋ ਲੋਕਾਂ ਨੂੰ ਪਰੋਸੀ ਜਾ ਰਹੀ ਆ ਕਿ ਆਹ ਚੀਜ਼ ਇੰਨੇ ਬੰਦੇ ਫੜ ਲਏ, ਆਹ ਬੰਦਾ ਇੱਥੇ ਸ਼ੂਟ ਆਊਟ ਕਰਤਾ, ਇਨਕਾਊਂਟਰ ਹੋ ਗਿਆ। ਦੈਟ ਇਜ਼ ਨਾਟ ਦਾ ਵੇ। ਇਹ ਚੀਜ਼ਾਂ ਨਹੀਂ, ਇਹ ਬੰਦੇ ਅਸਲ 'ਚ ਹੋਰ ਨੇ, ਕਿਉਂਕਿ ਇਹਦਾ ਮਸਲਾ ਹੋਰ ਸੀਗਾ ਜਿਹਦੇ ਕਰਕੇ ਮਰਿਆ ਵਾ ਅਸਲ ਦੇ ਵਿੱਚ, ਜਾਂ ਜਿਹੜੀ ਕਾਰਨ ਸੀਗੇ ਇਹਦੇ। ਸੋ ਕਿਉਂਕਿ ਡਿਫਰੈਂਟ ਹੋਰੋਸਕੋਪ ਹੈ, ਕਾਰਨ ਉਹ ਨਹੀਂ ਸੀਗਾ ਇਹਦੇ, ਤੇ ਛੜਯੰਤਰ ਅਸਲ ਦੇ ਵਿੱਚ ਜੋ ਇਹਦੀ ਮੌਤ ਦਾ ਕਾਰਨ ਬਣਿਆ ਵਾ। ਠੀਕ ਹੈ ਜੀ। ਤੇ ਇਸ ਤੋਂ ਬਾਅਦ ਹੁਣ ਇਹਨਾਂ ਦੇ ਪੇਰੈਂਟਸ ਨੂੰ ਵੀ ਕਾਫੀ ਥ੍ਰੈਟਸ ਆ ਰਹੇ ਨੇ, ਤੇ ਉਹਨਾਂ ਨੂੰ ਵੀ ਮਤਲਬ ਕਿ ਤੁਹਾਨੂੰ ਮਾਰ ਦਾਂਗੇ, ਗੋਲੀ ਮਾਰ ਦਾਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ। ਇਹ ਇਹਨਾਂ ਤੋਂ ਰਿਲੇਟਡ ਹੀ ਹੈ, ਇਹਨਾਂ ਦੇ ਹੋਰੋਸਕੋਪ ਤੋਂ ਰਿਲੇਟਡ? ਦੇਖੋ ਜਦੋਂ ਆਪਾਂ ਇਹਨਾਂ ਦੇ ਹੋਰੋਸਕੋਪਸ ਦੇਖਦੇ ਆ ਨਾ, ਹੁਣ ਆਪਾਂ ਪੇਰੈਂਟਸ ਤੇ ਆ ਜਾਂਦੇ ਆ, ਸਨ ਤੇ ਮੂਨ ਦੀ ਪੋਜੀਸ਼ਨ ਦੇਖੀ ਦੀ ਆ ਕਿ ਕਿੱਦਾਂ ਦਾ ਪ੍ਰਭਾਵ ਆ। ਦੇਖੋ ਇਹਦਾ ਜਿਹੜਾ ਜਨਮ ਦਾ ਸੈਟਰਨ ਹੈਗਾ, ਦੋਨਾਂ ਨੂੰ ਆਸਪੈਕਟ ਕਰ ਰਿਹਾ ਵਾ। ਮੂਨ ਨੂੰ 10th ਆਸਪੈਕਟ ਕਰ ਰਿਹਾ ਵਾ, ਸਨ ਨੂੰ 7th ਆਸਪੈਕਟ ਕਰ ਰਿਹਾ। ਯੈਸ, ਦੋਨਾਂ ਦੀ ਸਿਹਤ ਨੂੰ ਲੈ ਕੇ ਕੁਛ ਨਾ ਕੁਛ ਟਰਬਲ ਦਿਖਾ ਰਿਹਾ ਵਾ। ਇਹਨਾਂ ਨੂੰ ਬਚਣ ਦੀ ਲੋੜ ਆ, ਕੋਸ਼ਿਸ਼ ਕਰਨ, ਸਟੇ ਸਾਊਂਡ ਕਹਿੰਦੇ ਆ ਇੰਗਲਿਸ਼ ਦੇ ਵਿੱਚ, ਕਿ ਸਾਊਂਡ ਹੋ ਜਾਣਾ ਚਾਹੀਦਾ ਇਹਨਾਂ ਦੇ ਮਾਂ-ਬਾਪ ਨੂੰ। ਜਿੱਦਾਂ ਆਪਾਂ ਕਹਿੰਦੇ ਨਾ ਮੀਡੀਆ 'ਚ ਜ਼ਿਆਦਾ ਆ ਰਹੇ ਆ, ਜਾਂ ਆਪਾਂ ਆਪਣੀ ਆਵਾਜ਼ ਚੱਕਣ ਦੀ ਕੋਸ਼ਿਸ਼ ਕਰ ਰਹੇ ਆ, ਇਹਦੇ ਨਾਲ ਇਹਨਾਂ ਦੀ ਸਿਹਤ ਨੂੰ ਖਤਰਾ ਦਿਖਾ ਰਿਹਾ ਵਾ ਹੋਰੋਸਕੋਪ, ਅਕੋਰਡਿੰਗ ਟੂ ਪਲੈਨਟਸ ਜੋ ਦਿਖਾ ਰਿਹਾ। ਇਹ ਕੋਈ ਚੰਗੇ ਨਹੀਂ ਮੰਨਦੇ, ਨਹੀਂ ਤਾਂ ਹੋਰ ਕੀ ਹੋਊਗਾ, ਇਹਨਾਂ ਦੀ ਸਿਹਤ ਵੈਸੇ ਖਰਾਬ ਹੋਣੀ ਸ਼ੁਰੂ ਹੋ ਜਾਣੀ ਆ। ਸੋ ਜੋ ਇਹਨਾਂ ਦਾ ਹੋਰੋਸਕੋਪ ਦੇ ਪਲੈਨਟਸ ਦਿਖਾ ਰਹੇ ਆ, ਕੋਈ ਚੰਗਾ ਨਹੀਂ ਮਤਲਬ ਦਿਖਾ ਰਹੇ ਹੈਗੇ। ਸੋ ਇਹਦੇ 'ਚ ਬੈਸਟ ਰਿਹਾ ਸਟੇ ਸਾਊਂਡ ਹੋ ਜਾਣਾ ਚਾਹੀਦਾ ਵਾ, ਕਿਉਂਕਿ ਇਹਦੇ 'ਚ ਫਿਰ ਜ਼ਿਆਦਾ ਟਰਬਲ ਵਧੂਗੀ ਇਹਨਾਂ ਦੀ। ਸੋ ਰੈਮੇਡੀ ਸਟੇ ਲੋ ਐਂਡ ਸਟੇ ਸੇਫ। ਸੋ ਇਹ ਇੱਕ ਆ ਚੀਜ਼ ਹੈਗੀ ਆ। ਬਾਕੀ ਜੇ ਰੈਮੇਡੀਜ਼ ਕਰਨਾ ਚਾਹੁੰਦੇ ਨੇ, ਜੇ ਕੁਝ ਕਰ ਸਕਦੇ ਨੇ, ਇੱਕ ਹੁੰਦਾ ਵਾ ਕਿ ਲੋਹੇ ਦਾ ਕਿਸੇ ਵੀ ਗਰੀਬ ਆਦਮੀ ਨੂੰ ਦਾਨ ਕਰ ਦੇਣਾ, ਕਿਉਂਕਿ ਸ਼ਨੀ ਦਾ ਇਹਦੇ ਸਿੱਧੂ ਮੂਸੇਵਾਲੇ ਦੇ ਹੋਰੋਸਕੋਪ 'ਚ ਬਹੁਤ ਜ਼ਿਆਦਾ ਪ੍ਰਭਾਵ ਸੀਗਾ। ਸੋ ਕੋਸ਼ਿਸ਼ ਕਰਨ ਕਿਸੇ ਵੀ ਗਰੀਬ ਵਿਅਕਤੀ ਨੂੰ, ਜਿਹਨੇ ਘਰ ਬਣਾਉਣਾ ਹੋਵੇ ਨਾ, ਉਹਨੂੰ ਲੋਹੇ ਦਾ ਸਪੈਸ਼ਲੀ ਦਾਨ ਕਰਨ। ਤੇ ਕੋਈ ਵੀ ਜਿਹੜਾ ਬੰਦਾ ਗਰੀਬ ਹੋਵੇ, ਜਿਹਤੋਂ ਦਵਾਈਆਂ ਨਹੀਂ ਲਈਆਂ ਜਾਂਦੀਆਂ ਹੈਗੀਆਂ, ਜਿਹਨੂੰ ਕਈ ਵਾਰੀ ਕੋੜੀ ਕਿਹਾ ਜਾਂਦਾ ਹੈਗਾ ਵਾ, ਉਹਨਾਂ ਨੂੰ ਕਿਸੇ ਤਰੀਕੇ ਦਾ ਦਾਨ ਕੀਤਾ ਜਾਵੇ। ਸੋ ਆਹ ਦੋ ਚੀਜ਼ਾਂ ਜ਼ਰੂਰ ਕਰਨ ਜੇ ਮਤਲਬ ਹੋ ਸਕਦਾ ਵਾ। ਸੋ ਇਹਦੇ ਨਾਲ ਆ ਕੀ ਆ, ਜਿਹੜੇ ਸੈਟਰਨ ਦਾ ਤੇ ਰਾਹੂ ਦਾ ਨੈਗੇਟਿਵ ਇਨਫਲੂਐਂਸ ਆ, ਉਹ ਚੀਜ਼ਾਂ ਦੂਰ ਹੋ ਜਾਣਗੀਆਂ, ਜਾਂ ਜਿਹੜੇ ਛੜਯੰਤਰ ਚੱਲ ਰਹੇ ਨੇ, ਜਾਂ ਜਿਹੜੀਆਂ ਰਾਜਨੀਤੀਆਂ ਚੱਲ ਰਹੀਆਂ ਸਾਡੇ ਆਲੇ ਦੁਆਲੇ, ਉਹ ਬੰਦ ਹੋ ਜਾਣ। ਅਸਲ ਦੇ ਵਿੱਚ ਸਾਨੂੰ ਸਾਡੇ ਸਹੀ ਚਿਹਰੇ ਪਤਾ ਲੱਗਣ, ਕਿਉਂਕਿ ਜਿਹੜਾ ਸਿੱਧੂ ਮੂਸੇਵਾਲੇ ਦਾ ਹੋਰੋਸਕੋਪ ਆ, ਇਹਦੇ ਕੋਈ ਦੁਸ਼ਮਣ ਪਰਾਏ ਨਹੀਂ ਸੀਗੇ, ਇਹਦੇ ਆਪਣੇ ਨੇ ਅਸਲ ਦੇ ਵਿੱਚ। ਕਈ ਵਾਰੀ ਹੁੰਦਾ ਕਿ ਸਾਡੇ ਖੁੱਲ੍ਹੇਆਮ ਦੂਜੇ ਬੰਦੇ ਦੁਸ਼ਮਣ ਸੀਗੇ, ਉਹਨਾਂ ਨੇ ਸਾਨੂੰ ਮਾਰਿਆ। ਇਹਦੇ ਬਾਹਰਲੇ ਦੁਸ਼ਮਣ ਨਹੀਂ ਸੀ, ਇਹਦੇ ਆਪਣੇ ਹੀ ਦੁਸ਼ਮਣ ਸੀਗੇ, ਜੋ ਅਸਲ 'ਚ ਇਹਦਾ ਹੋਰੋਸਕੋਪ ਹੈਗਾ ਵਾ। ਸੋ ਇਹਦੇ ਵਿੱਚ ਬਚਣ ਦੀ ਲੋੜ ਹੁੰਦੀ ਆ। ਸਾਡੇ ਆਪਣੇ ਹੀ ਅਸਲ 'ਚ ਸਾਡੇ ਅਗੇਂਸਟ ਛੜਯੰਤਰ ਰਚਦੇ ਰਹਿੰਦੇ ਹੁੰਦੇ ਨੇ। ਜਿੱਦਾਂ ਤੁਸੀਂ ਦੱਸਿਆ ਹੁਣ ਕਿ ਸ਼ਨੀ ਦਾ ਕਾਫੀ ਪ੍ਰਭਾਵ ਸੀਗਾ, ਉਸੇ ਕਰਕੇ ਇਹਨਾਂ ਦਾ ਮਤਲਬ ਜਿਹੜਾ ਤਾਲੁਕ ਸੀਗਾ ਹਥਿਆਰਾਂ ਨਾਲ ਵੀ ਰਿਹਾ, ਕਾਫੀ ਲਾਈਕ ਕਰਦੇ ਸੀਗੇ। ਸੈਟਰਨ ਲਗਨ ਸੀ, ਇਸ ਕਰਕੇ ਇੰਜੀਨੀਅਰਿੰਗ ਦੀ ਸਟੱਡੀ ਵੀ ਇਹਨੇ ਕੀਤੀ ਸੀਗੀ। ਇੰਟੈਲੀਜੈਂਟ ਬਹੁਤ ਸੀਗਾ, ਲਗਨ 'ਚ ਹੀ ਬੈਠਾ ਹੈਗਾ ਵਾ ਅਸਲ ਦੇ ਵਿੱਚ। ਸੋ ਉਹਦੇ ਕਰਕੇ
ਇਹ ਲੰਬੀ ਸੋਚ ਦੇ ਮਾਲਕ ਹੁੰਦੇ ਨੇ ਬੰਦੇ, ਤੇ ਇਹ ਗਰੋ ਵੀ ਜਦੋਂ ਕਰਨਾ ਸਟਾਰਟ ਕਰਦੇ ਆ ਉਹਨੂੰ ਕੰਸਿਸਟੈਂਟ ਗਰੋਥ। ਕਈ ਬੰਦੇ ਗਰੋ ਕਰਦੇ ਨੇ, ਅੱਜ 6 ਮਹੀਨੇ ਗਰੋ ਕਰ ਲਿਆ, ਬਾਅਦ 'ਚ ਥੱਲੇ ਡਿੱਗ ਕੇ ਬਾਅਦ 'ਚ ਪਤਾ ਨਹੀਂ ਹੁੰਦਾ। ਇੱਕ ਹੁੰਦੀ ਕੰਸਿਸਟੈਂਟ ਗਰੋਥ ਕਰਨੀ ਸ਼ੁਰੂ ਕਰ ਦਿੰਦੇ ਫਿਰ ਸਾਲ 2 ਸਾਲ 3 ਸਾਲ 4 ਸਾਲ ਕੰਸਿਸਟੈਂਟਲੀ ਉੱਪਰ ਨੂੰ ਪਾਇਦਾਨ ਚੜਦਾ ਰਹਿੰਦਾ ਵਾ। ਸੋ ਇਹ ਵਧੀਆ ਚੰਗੀ ਸੋਚ ਦੇ ਮਾਲਕ ਹੁੰਦੇ ਆ ਤੇ ਜ਼ਮੀਨ ਨਾਲ ਜੁੜੇ ਹੋਏ ਲੋਕ ਹੁੰਦੇ ਨੇ, ਜਿਨ੍ਹਾਂ ਨੂੰ ਕਹ ਲਓ ਗਰੀਬ ਬੰਦੇ ਦਾ ਪਤਾ। ਜਿੱਦਾਂ ਕਈ ਵਾਰੀ ਕੰਪਨੀ ਦਾ ਵੱਡੇ ਮਾਲਕ ਨੂੰ ਬਾਹਰ ਸਿਕਿਉਰਿਟੀ ਵਾਲੇ ਦਾ ਨਹੀਂ ਪਤਾ ਹੁੰਦਾ, ਜਿਹੜਾ ਸਲੂਟ ਮਾਰਦਾ ਹੁੰਦਾ, ਤੇ ਕਈ ਵਾਰੀ ਕੀ ਹੁੰਦਾ ਵਾ ਜਿਹੜਾ ਕੰਪਨੀ ਦਾ ਮਾਲਕ ਹੁੰਦਾ ਸਿਕਿਉਰਿਟੀ ਗਾਰਡ ਨਾਲ ਬੈਠ ਕੇ ਰੋਟੀ ਖਾਂਦਾ ਹੁੰਦਾ। ਇਹ ਉਹ ਬੰਦਾ ਸੀਗਾ, ਇਹਨੂੰ ਪਤਾ ਸੀਗਾ ਉਹ ਚੀਜ਼ ਕੀ ਹੈਗੀ ਹੈ, ਕਿਉਂਕਿ ਲਗਨ ਦਾ ਸ਼ਨੀ ਸੀਗਾ ਇਸ ਦਾ। ਸੋ ਉਸ ਚੀਜ਼ ਤੇ ਕਰਕੇ ਇਹਦਾ ਵਧੀਆ ਪ੍ਰਭਾਵ ਮੰਨਿਆ ਜਾਂਦਾ। ਇਸੇ ਲਈ ਇਹਨਾਂ ਨੇ ਆਪਣਾ ਪਿੰਡ ਨਹੀਂ ਛੱਡਿਆ, ਪਿੰਡ ਦੇ ਵਿੱਚ ਹੀ ਰਹੇ। ਇਹ ਤਾਂ ਬਹੁਤ ਤਰੱਕੀ ਵਾਲਾ ਹੋਰੋਸਕੋਪ ਸੀ, ਇਹਨੂੰ ਲੋੜ ਹੀ ਨਹੀਂ ਸੀ, ਇਹਨੇ ਤਾਂ ਪਿੰਡ 'ਚ ਇਹਨੇ ਤਾਂ ਮਹਿਲ ਫਸਾ ਦੇਣੇ ਸੀਗੇ। ਇਹ ਕਿਉਂਕਿ ਇਹਨੂੰ ਮਨੀ ਦਾ ਕੋਈ ਇਸ਼ੂ ਨਹੀਂ, ਕਿਉਂਕਿ ਸ਼ੁੱਕਰ ਦੀ ਮਹਾਦਸ਼ਾ ਇਹਦੀ ਹਜੇ 2026 ਤੱਕ ਫਿਨਿਸ਼ ਨਹੀਂ ਹੋਣੀ ਹੈਗੀ। ਉਦੋਂ ਤੱਕ ਤਾਂ ਇਹਨੇ ਕਹਿ ਲਓ ਵੀ ਦੁਬਈ ਵਸਾ ਦੇਣਾ ਸੀਗਾ ਇਹਨੇ ਆਪਦੇ ਪਿੰਡ ਦੇ ਵਿੱਚ। ਹਜੇ ਵੀ ਇਹਨਾਂ ਨੂੰ ਫਾਈਨੈਂਸ਼ੀਅਲੀ ਕੋਈ ਇਸ਼ੂ ਨਹੀਂ ਆਊਗਾ। ਹਜੇ ਵੀ ਕਈ ਵਾਰੀ ਆਪਾਂ ਕਹਿੰਦੇ ਕਿ ਸਾਡਾ ਹੁਣ ਮੁੰਡਾ ਚੱਲਿਆ ਹੈਗਾ, ਫਾਈਨੈਂਸ਼ੀਅਲ ਇਸ਼ੂਜ਼ ਨਾ ਆ ਜਾਣ ਸਾਨੂੰ ਕੁਝ, ਹਜੇ 2026 ਤੱਕ ਕੋਈ ਇਹਨਾਂ ਨੂੰ ਫਾਈਨੈਂਸ਼ੀਅਲ ਇਸ਼ੂਜ਼ ਨਹੀਂ ਆਉਂਦੇ ਹੈਗੇ। ਫਾਈਨੈਂਸ਼ੀਅਲੀ ਇਹ ਸਾਊਂਡ ਰਹਿਣਗੇ, ਫੈਮਿਲੀ ਸਾਊਂਡ ਰਹੂਗੀ। ਪਰ ਫਿਰ ਵੀ ਪਿਤਾ ਤੇ ਮਾਤਾ ਜੀ ਦੀ ਸਿਹਤ ਨੂੰ ਲੈ ਕੇ ਸਪੈਸ਼ਲੀ ਜਿਹੜਾ ਨਾ ਹੈਲਥ ਨਹੀਂ ਉਹਨਾਂ ਦੀ ਸਹੀ ਰਹਿਣੀ ਹੈਗੀ ਕਿਸੇ ਵੀ ਕਾਰਨ ਕਰਕੇ, ਕਿਉਂਕਿ ਹੁਣ ਜਿੱਦਾਂ ਇਹ ਸੈਟਰਨ ਦਾ ਪ੍ਰਭਾਵ ਆ ਚੁੱਕਿਆ ਵਾ, ਉਹ ਸਨ ਤੇ ਮੂਨ ਨੂੰ ਬੇਸਿਕਲੀ ਨੈਗੇਟਿਵ ਰਿਜ਼ਲਟ ਦਊਗਾ। ਮਤਲਬ ਕਹਿਣ ਦਾ ਕਿ ਇੱਕ ਇਹ ਹੋ ਸਕਦਾ ਹੈ ਕਿ ਰੈਮਡੀ ਕਿ ਥੋੜਾ ਜਿਹਾ ਮੀਡੀਆ ਤੋਂ ਵੀ ਦੂਰ ਰਹਿਣ। ਬਿਲਕੁਲ, ਇਹ ਉਹਨਾਂ ਨੂੰ ਰਹਿਣਾ ਪੈਣਾ ਵਾ, ਨਹੀਂ ਤਾਂ ਇਹਨਾਂ ਦੀ ਸਿਹਤ ਨੂੰ ਲੈ ਕੇ, ਸਿਹਤ ਤਾਂ ਹੁਣ ਇਹਨੇ ਕਿਸੇ ਤਰੀਕੇ ਖਰਾਬ ਕਰਨੀ ਆ। ਹੁਣ ਜਾਂ ਤਾਂ ਹੋਊਗਾ ਕਿਸੇ ਤਰੀਕੇ ਦਾ ਸਟ੍ਰੈਸ ਵਧੂਗਾ, ਜਾਂ ਕੰਟਰੋਵਰਸੀਆਂ ਵਧਣਗੀਆਂ, ਜਾਂ ਕੋਈ ਅਟੈਕ ਹੋਊਗਾ, ਇਹੀ ਚੀਜ਼ ਹੋ ਸਕਦੀ ਆ। ਇਹਦੀਆਂ ਪੋਸਿਬਿਲਿਟੀਜ਼ ਬਣਦੀਆਂ ਪਈਆਂ ਨੇ ਜੋ ਆਪਾਂ ਦੇਖ ਰਹੇ ਹੈਗੇ ਆ। ਸੋ ਉਹ ਚੀਜ਼ਾਂ ਇਹਦੇ ਹੋਰੋਸਕੋਪ ਤੋਂ ਵੀ ਪਤਾ ਲੱਗਦੀਆਂ ਕਿ ਇਹ ਚੀਜ਼ਾਂ ਹੋ ਸਕਦੀਆਂ ਨੇ। ਸੋ ਆਪਾਂ ਫਿਰ ਜ਼ਰੂਰੀ ਕਰਨਾ, ਜਦ ਸਾਹਮਣੇ ਅੱਗ ਲੱਗੀ ਦੀਂਦੀ ਪਈ ਆ, ਫਿਰ ਆਪਾਂ ਜ਼ਰੂਰੀ ਜੰਪ ਕਰਨਾ ਉਹਦੇ ਵਿੱਚ। ਸੋ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਹੁਣ ਕੰਟਰੋਵਰਸੀਜ਼ ਦੀ ਗੱਲ ਚੱਲੀ ਹੈ, ਜਿੱਦਾਂ ਹੁਣ ਇਹਨਾਂ ਦੇ ਅੱਗੇ ਵੀ ਗਾਣੇ ਆਉਣੇ ਨੇ, ਉਹ ਕੀ ਕੰਟਰੋਵਰਸੀਜ਼ ਫੇਰ ਵੀ ਜਾਰੀ ਰਹਿਣਗੇ ਇਹਨਾਂ ਦੇ ਜਾਣ ਤੋਂ ਬਾਅਦ ਵੀ? ਦੇਖੋ ਚਲਿਆ ਗਿਆ, ਹੁਣ ਉਹ ਪ੍ਰਭਾਵ ਤਾਂ ਨਹੀਂ ਰਹਿਣਾ ਹੈਗਾ ਜਿਹੜੀ ਚੀਜ਼ ਸਿੱਧੂ ਮੂਸੇਵਾਲਾ ਸੀਗਾ। ਪਰ ਸਿਰਫ ਇਹ ਆ ਵੀ ਫਾਈਨੈਂਸ਼ੀਅਲੀ ਜਿੰਨਾ ਕੁ ਚਿਰ ਫੈਮਿਲੀ ਨੂੰ ਸਪੋਰਟ ਮਿਲਣੀ ਆ ਉਹ ਚੀਜ਼ ਕਰਦੇ ਰਹਿਣਗੇ, ਪਰ ਹੁਣ ਉਹ ਫੇਮ ਉਹ ਨਹੀਂ ਰਹਿਣਾ ਹੈਗਾ ਜੋ ਸਿੱਧੂ ਮੂਸੇਵਾਲਾ ਸੀਗਾ। ਉਹ ਫੇਮ ਨਹੀਂ ਮਿਲਣਾ ਹੈਗਾ ਦੁਬਾਰਾ, ਮਤਲਬ ਉਹ ਫੇਮ ਖਤਮ ਹੋ ਚੁੱਕਿਆ ਵਾ। ਜਿਵੇਂ ਕਈ ਵਾਰੀ ਆਪਾਂ ਕਹਿੰਦੇ ਨਾ ਕਿ ਲੈਗੇਸੀ ਵਿਲ ਕੰਟੀਨਿਊ, ਉਹ ਚੀਜ਼ ਨਹੀਂ ਰਹਿਣੀ ਹੈਗੀ। ਮਤਲਬ ਠੀਕ ਆ, ਆਇਆ ਕਰੂਗਾ ਗਾਣਾ, ਨਾਰਮਲ ਚੱਲਿਆ ਕਰੂਗਾ, ਚੱਲਿਆ ਜਾਊਗਾ, ਪਰ ਜੋ ਸਿੱਧੂ ਮੂਸੇਵਾਲਾ ਆਪ ਸੀਗਾ ਉਦਾਂ ਨਹੀਂ ਉਹ ਚੀਜ਼ ਨੇ ਮਤਲਬ ਆਪਾਂ ਕਹਿ ਲਈ ਵੀ ਕੰਟੀਨਿਊਡ। ਹਾਂ 2026 ਤੱਕ ਜ਼ਰੂਰ ਰਹੂਗਾ ਉਹ, 2026 ਤੱਕ ਜਿੰਨੇ ਇਹਦੇ ਗਾਣੇ ਰਹਿਣਗੇ ਉਹ ਹਿੱਟ ਰਹਿਣਗੇ, ਉਸ ਤੋਂ ਬਾਅਦ ਨਹੀਂ ਹੈਗਾ। ਟੌਪ ਆਫ ਦ ਚਾਰਟਸ ਰਹਿਣਗੇ। ਹਾਂ, ਉਹ ਟੌਪ ਆਫ ਚਾਰਟ ਰਹਿਣਗੇ 2026 ਤੱਕ, ਕਿਉਂਕਿ ਇਹਦੀ ਸ਼ੁੱਕਰ ਦੀ ਮਹਾਦਸ਼ਾ ਦਾ ਪ੍ਰਭਾਵ ਆ ਉਸ ਤੱਕ। ਯਸ, ਇਹ ਬੰਦਾ ਹੁਣ ਚਲਿਆ ਗਿਆ ਵਾ, ਪਰ ਫਿਰ ਵੀ ਜਦੋਂ ਇਹਨੇ ਗਾਣੇ ਲਿਖੇ ਸੀ ਉਹ ਸ਼ੁੱਕਰ ਦੀ ਮਹਾਦਸ਼ਾ 'ਚ ਹੀ ਲਿਖੇ ਹੋਏ ਗਾਣੇ ਨੇ। ਜਿਹੜਾ ਕਰਮ ਇਹਨੇ ਕੀਤਾ ਹੋਇਆ ਉਹ ਚੰਗੇ ਗ੍ਰਹਿ ਦੀ ਦਸ਼ਾ 'ਚ ਕੀਤਾ ਹੋਇਆ। ਸੋ ਵੀ ਆਰ ਐਕਸਪੈਕਟਿੰਗ ਅ ਪੋਜ਼ਿਟਿਵ ਰਿਜ਼ਲਟ ਐਂਡ ਪੋਜ਼ਿਟਿਵ ਆਊਟਕਮ ਫਰੋਮ ਦੈਟ ਮੈਟਰ। ਚਲੋ, ਹੋਈ ਤਾਂ ਬਹੁਤ ਮੰਦਭਾਗੀ ਘਟਨਾ ਇਹ, ਬਹੁਤ ਸਾਨੂੰ ਸਾਰੇ ਸਰੋਤਿਆਂ ਨੂੰ ਦੁੱਖ ਹੈ ਕਿ ਸਿੱਧੂ ਜੀ ਚਲੇ ਗਏ ਨੇ। ਤੇ ਸਰ ਇਸ ਤੋਂ ਬਾਅਦ ਇੱਕ ਹੋਰ ਕੰਟਰੋਵਰਸੀ ਪਿੱਛੇ ਜੇ ਜੁੜੀ ਸੀ ਕਿ ਇੰਦਰਜੀਤ ਨਿੱਕੂ ਦੀ, ਉਹ ਕਿਤੇ ਜਾਂਦੇ ਨੇ, ਉਹ ਮੈਨੂੰ ਨਹੀਂ ਪਤਾ ਕੌਣ ਹੈ ਕੌਣ ਨਹੀਂ ਹੈ, ਉਹਨਾਂ ਦੇ ਸਾਹਮਣੇ ਰੋਂਦੇ ਨੇ, ਉਹ ਨੋਟਬੁੱਕ ਦੇ ਉੱਤੇ ਕੁਝ ਲਿਖਦੇ ਨੇ ਤੇ ਕਹਿੰਦੇ ਨੇ ਠੀਕ ਹੈ ਜੀ ਸਭ ਕੁਝ ਠੀਕ ਹੋ। ਇਹ ਕੀ ਐਸਟ੍ਰੋਲੋਜੀ ਹੈ ਕਿ ਕੀ ਹੈ ਇਹ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਸਮਝਣ ਵਾਲੀ ਹੈਗੀ ਹੈ ਕਿ ਵੀ ਦੇਖੋ ਸਾਰਿਆਂ ਨੂੰ ਪਤਾ ਹੈਗਾ ਕਿ ਵੀ ਜੋ ਇੰਦਰਜੀਤ ਨਿੱਕੂ ਦਾ ਪਹਿਲਾਂ ਦਾ ਜਿਹੜਾ ਟਾਈਮ ਸੀਗਾ ਕਿ ਉਹ ਦਿਖ ਨਹੀਂ ਰਿਹਾ ਸੀ ਕਿਤੇ, ਨਾ ਕੋਈ ਉਹਦੀ ਵੀਡੀਓ ਸੀਗੀ, ਨਾ ਉਹਦਾ ਕੋਈ ਟਾਈਮ ਸੀਗਾ ਚੱਲਦਾ, ਤੇ ਉਹ ਆਪ ਵੀ ਦੱਸ ਰਿਹਾ ਕਿ ਬਹੁਤ ਟੁੱਟ ਚੁੱਕਿਆ ਸੀਗਾ ਉਹ। ਬਿਲਕੁਲ। ਤੇ ਜਿੱਦਣ ਤੋਂ ਰਾਤ ਤੋਂ ਬਾਬੇ ਨੇ, ਇਹ ਤਾਂ ਗੱਲ ਮੰਨਣ ਵਾਲੀ ਆ ਵੀ ਜਦੋਂ ਬਾਬੇ ਨੇ ਕਿਹਾ ਤੇਰਾ ਠੀਕ ਹੋ ਜਾਊਗਾ, ਅਗਲੇ ਦਿਨ ਤੋਂ ਉਹਦਾ ਕੰਮ ਠੀਕ ਹੋ ਗਿਆ। ਹੁਣ ਦੇਖੋ ਇਹਦੇ ਚ ਕੰਟਰਾਡਿਕਟ ਬਹੁਤ ਜਾਣੇ ਲੋਕ ਕਰਨਗੇ, ਮਾੜਾ ਵੀ ਕਹਿਣਗੇ, ਅਸੀਂ ਕਹਿ ਸਕਦੇ ਹਾਂ ਮਾੜਾ, ਪਰ ਜਦੋਂ ਤੋਂ ਬਾਬੇ ਨੇ ਕਿਹਾ ਮਾੜਾ, ਉਹਨੂੰ ਉਸ ਬੰਦੇ ਨੇ ਵੀ ਫੋਨ ਕੀਤਾ ਜਿਹੜਾ ਉਹਨੂੰ ਕੰਮ ਦੇਣ ਨੂੰ ਪਹਿਲਾਂ ਰੈਡੀ ਨਹੀਂ ਸੀਗੀ। ਹੁਣ ਆਪ ਉਹ ਬੋਲਦਾ ਹੈ ਕਿ ਮੈਨੂੰ ਸਾਰੀ ਇੰਡਸਟਰੀ ਨੇ ਗਾਣੇ ਆਫਰ ਕਰਤੇ ਨੇ ਤੇ ਸ਼ੋਅ ਵੀ ਮੇਰੇ ਬੁੱਕ ਹੋ ਗਏ। ਸੁਣ, ਇਹਦੇ ਚ ਇਹ ਤਾਂ ਗੱਲ ਮੰਨਣ ਵਾਲੇ ਵੀ ਬਾਬੇ ਨੇ ਜੋ ਕਿਹਾ ਉਹ ਸੱਚ ਤਾਂ ਹੋਇਆ। ਇਹ ਤਾਂ ਮੰਨਣ ਵਾਲੀ ਗੱਲ ਹੈਗੀ ਆ। ਹੁਣ ਇਹਦੇ ਚ ਸਮਝਣ ਵਾਲੀ ਗੱਲ ਕੀ ਆ? ਸਮਝਣ ਵਾਲੀ ਤੋਂ ਆਪਾਂ ਹੁਣ ਸਮਝਣਾ ਕੀ ਆ, ਕੀ ਹੁਣ ਬਾਬੇ ਚ ਸ਼ਕਤੀ ਹੈ ਜਾਂ ਨਹੀਂ ਹੈ? ਗੱਲ ਪੁਆਇੰਟ ਇਹ ਆ ਕਿ ਉਹ ਐਸਟ੍ਰੋਲੋਜਰ ਹੈ ਕਿ ਕੀ ਹੈ ਕੀ ਚੀਜ਼? ਉਹਦੇ ਚ ਹੋਇਆ ਕੀ ਆ? ਕੀ ਇਹ ਬਾਬੇ ਚ ਸ਼ਕਤੀ ਆ ਜੀ ਕਿ ਉਹ ਸੱਚੀ ਕੰਮ ਕਰ ਗਈ ਆ?
ਗੱਲ ਅਸਲ 'ਚ ਇਹ ਸਮਝਣ ਵਾਲੀ ਆ। ਪਰ ਹੁਣ ਇਹਦੇ ਦੋ ਰਾਵਾਂ ਇਹਦੇ 'ਚ ਨਹੀਂ ਹੈਗੀਆਂ ਕਿ ਜੋ ਉਹਨੇ ਕਿਹਾ ਸੀ ਹੋਇਆ ਵਾ। ਉਹ ਚਾਹੇ ਉਹ ਬਾਬਾ ਢੋਂਗੀ ਆ ਚਾਹੇ ਨਹੀਂ ਹੈਗਾ, ਉਹਨੇ ਜੋ ਕਿਹਾ ਸੱਚ ਉਹਨੇ ਹੋ ਕੇ ਕਰਵਾ ਕੇ ਦਿਖਾਇਆ ਵਾ। ਤੇ ਜਦੋਂ ਹੀ ਵੀਡੀਓ ਹੋਈ ਆ ਤੇ ਸਾਰੀ ਅੱਜ ਤੱਕ ਉਹ ਇਸ ਟਾਈਮ ਤੇ ਟੌਪ ਆਫ ਦਾ ਟ੍ਰੈਂਡ ਵਾਇਰਲ ਹੋ ਰਹੀ ਹੈ, ਠੀਕ ਆ, ਚੱਲ ਰਿਹਾ ਵਾ। ਸੋ ਸਾਡਾ ਸਰ ਸਵਾਲ ਆ ਵੀ ਉਹ ਹੋਇਆ ਕੀ ਅਸਲ ਦੇ ਵਿੱਚ, ਕੀ ਬਾਬੇ 'ਚ ਸ਼ਕਤੀ ਹੈਗੀ ਆ। ਦੇਖੋ ਹੁਣ ਸਵਾਲ ਦਾ ਜਵਾਬ ਬੜਾ ਧਿਆਨ ਨਾਲ ਸਮਝੋ, ਇਹ ਚੀਜ਼ ਨੂੰ ਬੜਾ ਬਰੀਕੀ ਨਾਲ ਸਮਝਣ ਦੀ ਲੋੜ ਹੈਗੀ ਆ। ਦੇਖੋ ਇਹਦੇ 'ਚ ਹੋਇਆ ਕੀ ਅਸਲ ਦੇ ਵਿੱਚ। ਦੇਖੋ ਆਪਾਂ ਜਦੋਂ ਵੀ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਆ ਜੀ, ਲੱਖਾਂ ਲੋਕ ਜਾਂਦੇ ਆ ਧਾਰਮਿਕ ਸਥਾਨ ਤੇ। ਸੋ ਧਾਰਮਿਕ ਸਥਾਨ ਤੇ ਲੱਖਾਂ ਲੋਕ ਜਾਂਦੇ ਆ, ਇਹ ਨਹੀਂ ਹੁੰਦਾ ਕਿ ਲੱਖਾਂ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ, ਲੱਖਾਂ ਚੋਂ 100 ਦੀਆਂ ਪੂਰੀਆਂ ਹੋ ਜਾਂਦੀਆਂ, ਬਾਕੀ ਖਾਲੀ ਹੱਥ ਆ ਜਾਂਦੇ ਨੇ। ਸੋ ਕੁਛ ਦੀਆਂ ਹੁੰਦੀਆਂ ਨੇ, ਕੁਛ ਬੰਦਿਆਂ ਦੀਆਂ ਨਹੀਂ ਪੂਰੀਆਂ ਹੁੰਦੀਆਂ। ਪਰ ਹੁਣ ਇਹ ਵੀ ਨਹੀਂ ਕਹਿ ਸਕਦੇ ਸਾਰੇ ਖਾਲੀ ਮੁੜੇ ਨੇ, ਇਹ ਵੀ ਨਹੀਂ ਕਹਿ ਸਕਦੇ ਸਾਰੇ ਜੇਬਾਂ ਭਰ ਕੇ ਮੁੜੇ ਨੇ। ਸੋ ਜਿਹੜੇ ਜਿਨ੍ਹਾਂ ਦੀਆਂ ਪੂਰੀਆਂ ਹੋਈਆਂ ਨੇ, ਸੋ ਉਹਨਾਂ 'ਚ ਫਿਰ ਕੀ ਹੁਣ ਇਹ ਜੇ ਕਹਿ ਦਈਏ ਵੀ ਉੱਥੇ ਰੱਬ ਹੈਗਾ ਜਾਂ ਨਹੀਂ ਹੈਗਾ, ਜੇ ਰੱਬ ਉੱਥੇ ਸੀਗਾ ਫਿਰ ਸਾਰਿਆਂ ਦੀ ਪੂਰੀ ਕਰ ਦਿੰਦਾ। ਜੇ ਹੁਣ ਰੱਬ ਉੱਥੇ ਨਹੀਂ ਹੈਗਾ ਫਿਰ ਇੱਕ ਬਾਕੀਆਂ ਦੀ ਵੀ ਕਿੱਦਾਂ ਪੂਰੀਆਂ ਹੋਈਆਂ ਨੇ। ਸੋ ਸਵਾਲ ਇੱਥੇ ਵੀ ਬਾਕੀ ਦੀਆਂ ਕਿੱਦਾਂ ਪੂਰੀਆਂ ਹੋਈਆਂ। ਦੇਖੋ ਗੱਲ ਸਿਰਫ ਆਉਂਦਾ ਸਵਾਲ ਸਾਡੀ ਇੱਛਾ ਦੀ ਪੂਰਤੀ ਕਿੱਦਾਂ ਹੁੰਦੀ, ਇਹਨੂੰ ਅਸੀਂ ਐਸਟ੍ਰੋਲੋਜੀ 'ਚ ਕਹਿੰਦੇ ਆ। ਅਸਲ 'ਚ ਸਾਡੀ ਭਾਵਨਾ ਜਿਹੜੀ ਆ ਨਾ, ਜਦੋਂ ਸਾਡੇ ਮਨ ਨੇ ਮੰਨ ਲਿਆ ਨਾ ਕਿ ਵੀ ਮੇਰਾ ਹੋ ਗਿਆ, ਜਦੋਂ ਅਸੀਂ ਐਕਸੈਪਟ ਕਰ ਲਿਆ ਕਿ ਰੱਬ ਆ ਵਾ, ਰੱਬ ਉੱਥੇ ਬੈਠਾ ਹੁੰਦਾ ਆ ਜਿੱਥੇ ਅਸੀਂ ਮੰਨ ਲਿਆ, ਤਾਂ ਹੀ ਇੱਕ ਕਹਿੰਦੇ ਆ ਨਾ ਪੱਥਰ 'ਚ ਵੀ ਦੇਖ ਲਓ ਤਾਂ ਰੱਬ ਮਿਲ ਜਾਂਦਾ ਵਾ। ਇਹ ਤੁਹਾਡੇ ਬਿਲੀਵ ਸਿਸਟਮ ਤੇ ਆ। ਆਪਾਂ ਪਿਛਲੀ ਵਾਰੀ ਵੀ ਬਿਲੀਵ ਦੀ ਗੱਲ ਕੀਤੀ, ਤੁਹਾਡਾ ਬਿਲੀਵ ਸਿਸਟਮ ਜਦੋਂ ਤੁਹਾਡੇ ਮਨ ਨੇ ਚੀਜ਼ ਨੂੰ ਮੰਨ ਲਿਆ, ਉਹਨੂੰ ਸਾਡਾ ਸਾਈਕੋਲੋਜੀਕਲ ਸਿਸਟਮ ਇਦਾਂ ਦਾ ਵਾ, ਜਦੋਂ ਮਨ ਨੇ ਮੰਨ ਲਿਆ ਕਿ ਇਹ ਚੀਜ਼ ਹੋ ਗਈ ਆ, ਉਹਨੇ ਉਸ ਤਰੀਕੇ ਨਾਲ ਚੀਜ਼ਾਂ ਮੈਨੀਫੈਸਟ ਕਰਨੀ ਸ਼ੁਰੂ ਕਰ ਦੇਣੀਆਂ ਨੇ। ਸੋ ਨਿੱਕੂ ਦੇ ਹੁਣ ਕੇਸ 'ਚ ਕੀ ਹੋਇਆ, ਉਹਨੂੰ ਅਸੀਂ ਮੰਨਦੇ ਹਾਂ ਕਿ ਜੁਪੀਟਰ ਦਾ ਨੈਗੇਟਿਵ ਇਨਫਲੂਐਂਸ ਸੀਗਾ ਉਹਦੇ ਤੇ, ਕਿਉਂਕਿ ਨਾ ਉਹਦੇ ਕੋਲ ਪੈਸਾ ਸੀਗਾ, ਕਰਜ਼ਾ ਉਹਦੇ ਤੇ ਚੜਿਆ ਹੋਇਆ ਸੀ, ਪਰਿਵਾਰ 'ਚ ਪਰੇਸ਼ਾਨੀਆਂ ਸੀਗੀਆਂ, ਰੋ ਰਿਹਾ ਸੀ ਬੰਦਾ, ਸਾਰਾ ਕੁਝ ਦੱਸ ਰਿਹਾ ਬੰਦਾ। ਇਹਨੂੰ ਮੰਨਿਆ ਜਾਂਦਾ ਵਾ ਕਿ ਇਸ ਬੰਦੇ ਦਾ ਜੁਪੀਟਰ ਨਹੀਂ ਚੰਗਾ। ਜਿਹੜੇ ਬੰਦਿਆਂ ਦਾ ਜੁਪੀਟਰ ਚੰਗਾ, ਧਨ ਦੌਲਤ ਉਸ ਬੰਦੇ ਕੋਲੇ ਦੱਬ ਕੇ ਹੁੰਦੀ ਆ, ਗਰੋਥ ਦਾ ਕਾਰਕ ਮੰਨਿਆ ਜਾਂਦਾ ਵਾ, ਫੈਮਿਲੀ 'ਚ ਸੁੱਖ ਸੁਵਿਧਾਵਾਂ ਹੁੰਦੀਆਂ, ਬੱਚੇ ਐਸ਼ ਆਰਾਮ ਨਾਲ ਰਹਿੰਦੇ ਹੁੰਦੇ ਆ, ਪਰਿਵਾਰਕ ਜੀਵਨ ਬੜਾ ਸੁਖੀ ਹੁੰਦਾ ਉਸ ਬੰਦੇ ਦਾ। ਤੇ ਜਿਹੜੀਆਂ ਚੀਜ਼ਾਂ ਉਹਦੇ ਕੋਲ ਨਹੀਂ ਸੀਗੀਆਂ। ਹੁਣ ਹੋਇਆ ਕਿ ਜਦੋਂ ਨਿੱਕੂ ਅਸਲ 'ਚ ਉਹ ਬਾਬੇ ਕੋਲੇ ਗਿਆ, ਜਦੋਂ ਬਾਬੇ ਨੇ ਕਿਹਾ ਨਾ ਜਾ ਤੇਰਾ ਕੰਮ ਹੋ ਜੂ, ਅਸਲ 'ਚ ਉਹ ਨਿੱਕੂ ਦੇ ਮਨ ਨੇ ਉਸ ਚੀਜ਼ ਨੂੰ ਪੋਜ਼ਿਟਿਵਲੀ ਪਰਸੀਵ ਕਰ ਲਿਆ ਕਿ ਹੁਣ ਬਾਬੇ ਨੇ ਕਹਿਤਾ ਮੇਰਾ ਕੰਮ ਹੋ ਜੂਗਾ। ਹੋਇਆ ਕਿ ਉਹਦਾ ਜੁਪੀਟਰ ਉਸ ਟਾਈਮ ਤੇ ਐਕਟੀਵੇਟ ਹੋ ਗਿਆ, ਕਿਉਂਕਿ ਉਹਨੇ ਮੰਨ ਲਿਆ ਉਸ ਚੀਜ਼ ਨੂੰ ਕਿ ਹੁਣ ਮੈਨੂੰ ਬਾਬਾ ਜੀ ਨੇ ਕਹਿਤਾ ਵਾ, ਹੁਣ ਮੇਰਾ ਠੀਕ ਹੋ ਗਿਆ ਵਾ। ਉਹਦੇ ਨਾਲ ਕੀ ਉਸ ਪਲੈਨਟ ਦਾ ਇਨਫਲੂਐਂਸ ਬੈਲੈਂਸ ਹੋ ਗਿਆ ਉਸ ਚੀਜ਼ ਨੇ। ਜੁਪੀਟਰ ਉਦਾਂ ਜਿਹੜਾ ਦੱਬਿਆ ਹੋਇਆ ਜੁਪੀਟਰ ਸੀ, ਉਹ ਠੀਕ ਹੋ ਗਿਆ ਉਸ ਬੰਦੇ ਦਾ। ਉਸ ਚੀਜ਼ ਨੇ ਜਿੱਦਾਂ ਹੀ ਉਹ ਜੋ ਦੁਨੀਆ ਦੇ ਸਾਹਮਣੇ ਆਈ, ਵਾਇਰਲ ਹੋ ਗਈ ਉਹ ਚੀਜ਼, ਤੇ ਸਾਰਿਆਂ ਨੇ ਆਫਰ ਕਰਤੀ ਉਸ ਚੀਜ਼ ਨੂੰ, ਕਿਉਂਕਿ ਜਿਹੜੀ ਚੀਜ਼ ਪਹਿਲਾਂ ਨਹੀਂ ਹੋ ਰਹੀ ਸੀ ਬਾਅਦ ਚ ਚੀਜ਼ ਹੋ ਗਈ। ਹੁਣ ਇਹ ਵੀ ਨਹੀਂ, ਹੁਣ ਗੱਲ ਸਵਾਲ ਇਹੀ ਆ, ਹੁਣ ਜੇ ਬਾਬੇ ਚ ਜੇ ਕਰਾਮਾਤ ਹੋ ਜੇ, ਸਾਰੀ ਦੁਨੀਆ ਲੱਖਾਂ ਨੂੰ ਨਹੀਂ ਮਿਲਦਾ ਹੈਗਾ ਰਿਜ਼ਲਟ, ਕੁਝ ਬੰਦਿਆਂ ਨੂੰ ਮਿਲ ਰਿਹਾ ਵਾ। ਬਿਲਕੁਲ ਉਹ ਗੱਲ ਸਿਰਫ ਇਹ ਆ ਇਨਸਾਨ ਦੇ ਓਨ ਬਲੀਵ ਤੇ ਆ, ਤੁਸੀਂ ਕਿਹੜੀ ਚੀਜ਼ ਨੂੰ ਮੰਨਦੇ ਹੋ। ਜਿਹੜੀ ਚੀਜ਼ ਨੂੰ ਤੁਸੀਂ ਮੰਨ ਲਿਆ, ਸੱਚੇ ਦਿਲੋਂ ਪਰਸੀਵ ਕਰ ਲਿਆ, ਐਕਸੈਪਟ ਕਰ ਲਿਆ, ਉਹ ਚੀਜ਼ ਮੈਨੀਫੈਸਟ ਹੋਣੀ ਸ਼ੁਰੂ ਹੋ ਜਾਂਦੀ ਆ। ਸੋ ਇਹਦੇ ਕੇਸ 'ਚ ਵੀ ਇਹ ਹੋਇਆ ਕਿ ਅਸਲ ਦੇ ਵਿੱਚ ਜੁਪੀਟਰ ਦਾ ਪੋਜ਼ਿਟਿਵ ਰਿਜ਼ਲਟ ਜਿਹੜਾ ਨੈਗੇਟਿਵ ਸੀਗਾ, ਉਹ ਅਸਲ ਦੇ ਵਿੱਚ ਪੋਜ਼ਿਟਿਵ 'ਚ ਕਨਵਰਟ ਹੋ ਗਿਆ। ਗ੍ਰਹਿ ਦਾ ਪ੍ਰਭਾਵ ਅਸੀਂ ਮੰਨਦੇ ਹਾਂ, ਗ੍ਰਹਿ ਦੇ ਉਹਨੂੰ ਰਿਜ਼ਲਟ ਦੇਣਾ ਸ਼ੁਰੂ ਕਰਤਾ, ਤੇ ਉਹ ਅਸਲ ਦੇ ਵਿੱਚ ਕਹ ਲਓ ਸਾਰਿਆਂ ਦੀ ਚੜ੍ਹਾਈ ਹੋ ਗਈ, ਬਾਬੇ ਦੀ ਵੀ ਚੜ੍ਹਾਈ ਹੋ ਗਈ, ਨਿੱਕੂ ਦੀ ਵੀ ਚੜ੍ਹਾਈ ਹੋ ਗਈ। ਸੋ ਐਂਡ ਗੱਲ ਇਹ ਹੈ ਕਿ ਸਾਨੂੰ ਬਿਲੀਵ ਹੋਣਾ ਬਹੁਤ ਜ਼ਰੂਰੀ ਕਿਸੇ ਵੀ ਚੀਜ਼ ਦੇ ਉੱਤੇ। ਖੇਡ ਹੀ ਜਿੰਨਾ ਸਿਸਟਮ ਆ, ਸਾਰਾ ਸਿਸਟਮ ਰਚਿਆ ਹੀ ਬਿਲੀਵ ਸਿਸਟਮ ਤੇ ਆ। ਜੇ ਤੁਸੀਂ ਬਿਲੀਵ ਕਰਦੇ ਹੋ, ਇਵਨ ਜਿਹੜੀ ਕਲਰ ਵੀ ਆ ਨਾ, ਰੰਗ ਵੀ ਨੇ, ਇਹ ਵੀ ਤੁਹਾਡੇ ਬਿਲੀਵ ਸਿਸਟਮ ਤੇ ਹੈਗਾ ਵਾ। ਜੇ ਤੁਸੀਂ ਮੰਨਦੇ ਹੋ ਤਾਂ ਕਲਰ ਦਿੰਦੇ ਪਏ ਨੇ, ਨਹੀਂ ਤਾਂ ਤੁਹਾਨੂੰ ਸਾਰਾ ਕੁਝ। ਜਾਂ ਇੱਕ ਅੰਨਾ ਬੰਦਾ ਆ, ਆਪਾਂ ਅੰਨੇ ਬੰਦੇ ਨੂੰ ਵੀ ਉਹ ਵੀ ਅੱਖਾਂ ਖੁੱਲੀਆਂ ਕਰਕੇ ਦੇਖ ਰਿਹਾ ਵਾ, ਉਹਨੂੰ ਵੀ ਨਹੀਂ ਰੰਗ ਦੇਖ ਰਹੇ ਹੈਗੇ, ਇੱਕ ਬੰਦੇ ਨੂੰ ਦੇਖ ਨਹੀਂ ਰਹੇ ਰੰਗ। ਸੋ ਇੱਕ ਬੰਦਾ ਹੈਗਾ ਰੱਬ ਨੂੰ ਦੇਖ ਰਿਹਾ ਵਾ, ਇੱਕ ਬੰਦਾ, ਦੋ ਬੰਦੇ ਖੜੇ ਨੇ। ਬਹੁਤ ਆਪਣੇ ਇਤਿਹਾਸ ਦੇ ਵਿੱਚ ਬੰਦੇ ਚੱਕ ਕੇ ਦੇਖ ਲਓ, ਕਹਿੰਦੇ ਸਾਨੂੰ ਰੱਬ ਦੇਖ ਰਿਹਾ ਵਾ, ਪਰ ਉੱਥੇ ਹੀ ਜਗ੍ਹਾ ਤੇ ਬਾਕੀ ਬੰਦੇ ਖੜੇ ਕਹਿੰਦੇ ਸਾਨੂੰ ਤਾਂ ਕੁਝ ਵੀ ਨਹੀਂ ਦਿੰਦਾ, ਸਾਨੂੰ ਤਾਂ ਬੱਦਲ ਦਿੰਦੇ ਪਏ ਨੇ, ਸਾਨੂੰ ਤਾਂ ਰੱਬ ਦਿਖ ਨਹੀਂ ਰਿਹਾ। ਤੁਹਾਡੇ ਬਿਲੀਵ ਸਿਸਟਮ ਦਾ ਖੇਡ ਹੈਗਾ ਵਾ। ਜਦੋਂ ਤੁਹਾਡੇ ਮਨ ਨੇ ਸਮਝ ਲਿਆ ਨਾ ਉਸ ਚੀਜ਼ ਨੂੰ, ਉਸ ਵੇਵ ਲੈਂਥ ਨੂੰ ਕੈਚ ਕਰ ਲਿਆ, ਉਸ ਟਾਈਮ ਤੇ ਉਹ ਚੀਜ਼ਾਂ ਮੈਨੀਫੈਸਟ ਹੋਣੀਆਂ ਸ਼ੁਰੂ ਹੋ ਜਾਂਦੀਆਂ। ਦੈਟ ਇਜ਼ ਦਾ ਓਨਲੀ ਥਿੰਗ। ਠੀਕ ਹੈ ਸਤਿੰਦਰ ਜੀ, ਹੁਣ ਅਸੀਂ ਪ੍ਰੋਗਰਾਮ ਨੂੰ ਇੱਥੇ ਹੀ ਵਿਰਾਮ ਦਿੰਦੇ ਹਾਂ। ਅਸੀਂ ਨੈਕਸਟ ਵੀਕ ਇੱਕ ਵਾਰ ਫੇਰ ਮਿਲਾਂਗੇ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਆਏ ਸਾਡੇ ਸਟੂਡੀਓ। ਸੋ ਇਹ ਸੀਗੇ ਸਤਿੰਦਰ ਜੀ। ਤੁਹਾਨੂੰ ਕਿਸੇ ਵੀ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਆਪਣੇ ਫਿਊਚਰ ਬਾਰੇ ਜਾਂ ਕਿਸੇ ਆਪਣੇ ਘਰ ਦੇ ਬਾਰੇ, ਕੋਈ ਸਗੇ ਸੰਬੰਧੀਆਂ ਬਾਰੇ, ਤਾਂ ਸਤਿੰਦਰ ਜੀ ਨਾਲ ਰਾਬਤਾ ਕਰੋ। ਇਹਨਾਂ ਦਾ WhatsApp ਨੰਬਰ ਥੱਲੇ ਚੱਲ ਰਿਹਾ ਹੈ, ਜ਼ੂਮ ਕਾਲ ਜਾਂ ਇਹਨਾਂ ਨਾਲ ਮੀਟਿੰਗ ਵੀ ਫਿਕਸ ਕੀਤੀ ਜਾ ਸਕਦੀ ਹੈ। ਸੋ ਇਹਨਾਂ ਨੂੰ ਪਲੀਜ਼ ਸੰਪਰਕ ਕਰੋ। ਧੰਨਵਾਦ।